गुड मॉर्निंग स्टूडेंट्स ਅੱਜ ਆਪਾਂ ਦੋ ਟੌਪਿਕ ਕਰਨੇ ਨੇ ਫਰਸਟ ਇਜ਼ ਕਾਇਰਲਿਟੀ ਸੈਕੰਡ ਇਜ਼ ਮੈਕੈਨਿਜ਼ਮ ਆਫ SN1 ਐਂਡ SN2 ਰਿਐਕਸ਼ਨਸ ਠੀਕ ਹੈ ਤੇ ਇਹਨੂੰ ਸਭ ਤੋਂ ਪਹਿਲਾਂ ਆਪਾਂ ਸਟਾਰਟ ਕਰਦੇ ਹਾਂ ਕਾਇਰਲਿਟੀ ਹੁਣ ਕਾਇਰਲਿਟੀ ਕਰਨ ਤੋਂ ਪਹਿਲਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜੀ ਕਿਹੜੇ ਕੰਪਾਊਂਡਸ ਨੇ ਜਿਹੜੇ ਕਾਇਰਲਿਟੀ ਸ਼ੋ ਕਰਦੇ ਨੇ ਤੇ ਉਹ ਕਾਇਰਲਿਟੀ ਕਿਉਂ ਸ਼ੋ ਕਰਦੇ ਨੇ ਤਾਂ ਜਿਵੇਂ ਤੁਹਾਨੂੰ ਪਤਾ ਹੈ ਕਿ ਜਿਵੇਂ ਕਾਰਬਨ ਹੈ ਕਾਰਬਨ ਇਜ਼ ਟੈਟਰਾਵੈਲੈਂਟ ਕਾਰਬਨ ਮਤਲਬ ਕਿ 4 ਬੌਂਡ ਬਣਾ ਸਕਦਾ ਹੈ ਟੋਟਲ ਜਿਵੇਂ ਆ ਕੰਪਾਊਂਡ ਦੇਖੋ ਇੱਥੇ ਕਾਰਬਨ ਨੇ ਕਿੰਨੇ ਬੌਂਡ ਬਣਾਏ ਹੋਏ ਨੇ 4 ਬੌਂਡ ਬਣਾਏ ਹੋਏ ਨੇ ਠੀਕ ਹੈ ਤਾਂ ਹੁਣ ਅਗਰ ਕਾਰਬਨ ਦੇ ਅਰਾਊਂਡ ਚਾਰੋਂ ਗਰੁੱਪਸ ਕੀ ਲੱਗੇ ਹੋਣ ਡਿਫਰੈਂਟ ਲੱਗੇ ਹੋਣ ਤਾਂ ਉਹ ਕੰਪਾਊਂਡ ਕੀ ਹੁੰਦਾ ਉਸ ਕਾਰਬਨ ਨੂੰ ਆਪਾਂ ਕੀ ਬੋਲਦੇ ਹਾਂ ਕਾਇਰਲ ਕਾਰਬਨ ਜਿਵੇਂ ਹੁਣ ਇੱਥੇ ਦੇਖੋ ਇੱਥੇ 4 ਡਿਫਰੈਂਟ ਗਰੁੱਪ ਲੱਗੇ ਹੋਏ ਨੇ ਇੱਧਰ ਮਿਥਾਈਲ ਗਰੁੱਪ ਹੈ ਇੱਕ ਹਾਈਡਰੋਜਨ ਲੱਗਿਆ ਹੋਇਆ ਉਰੇ ਹਾਈਡਰੋਕਸਿਲ ਗਰੁੱਪ ਹੈ ਇੱਥੇ ਕੀ ਲੱਗਿਆ ਹੋਇਆ ਕਾਰਬੋਕਸਿਲਿਕ ਗਰੁੱਪ ਹੈ ਠੀਕ ਹੈ ਹੁਣ ਚਾਰੋਂ ਹੀ ਗਰੁੱਪ ਕੀ ਨੇ ਡਿਫਰੈਂਟ ਨੇ ਤਾਂ ਐਸਾ ਕਾਰਬਨ ਨੂੰ ਆਪਾਂ ਕੀ ਬੋਲਦੇ ਹਾਂ ਕਾਇਰਲ ਸੈਂਟਰ ਬੋਲਦੇ ਹਾਂ ਜਾਂ ਕਾਇਰਲ ਕਾਰਬਨ ਐਟਮ ਜਾਂ ਹੋਰ ਕੀ ਬੋਲ ਸਕਦੇ ਹਾਂ ਆਪਾਂ ਏਸਿਮੈਟ੍ਰਿਕ ਕਾਰਬਨ ਜਾਂ ਸਟੀਰੀਓਜੈਨਿਕ ਸੈਂਟਰ ਬੋਲਦੇ ਹਾਂ ਤਾਂ ਇਹੀ ਵਜ੍ਹਾ ਹੈ ਕਿ ਜਿਹੜੇ ਕੰਪਾਊਂਡਸ ਨੇ ਉਹਨਾਂ ਨੂੰ ਕੀ ਸ਼ੋ ਕਰਦੇ ਨੇ ਉਹ ਕਾਇਰਲਿਟੀ ਸ਼ੋ ਕਰਦੇ ਨੇ ਕਿਉਂਕਿ ਉਹਨਾਂ ਦੇ ਵਿੱਚ ਕੀ ਪ੍ਰੈਜ਼ੈਂਟ ਹੁੰਦਾ ਹੈ ਕਾਇਰਲ ਕਾਰਬਨ ਪ੍ਰੈਜ਼ੈਂਟ ਹੁੰਦਾ ਹੈ ਜਿਵੇਂ ਤੁਸੀਂ ਆਹ 3D ਸਟਰਕਚਰ ਦੇਖੋ ਹੁਣ ਇਸ 'ਚ ਜਿਹੜਾ ਆਹ ਵਾਲਾ ਐਟਮ ਹੈ ਇਟ ਸ਼ੋਜ਼ ਕਾਰਬਨ ਐਟਮ ਤੇ ਇਹਦੇ ਨਾਲ 4 ਡਿਫਰੈਂਟ ਕਲਰ ਦੀ ਬੋਲਸ ਲੱਗੀਆਂ ਹੋਈਆਂ ਨੇ ਹੁਣ ਇਹ ਜਿਹੜੀ ਬੋਲਸ ਨੇ ਇਹ ਰਿਪਰੈਜ਼ੈਂਟ ਕਰ ਰਹੀਆਂ ਕਿ 4 ਡਿਫਰੈਂਟ ਗਰੁੱਪਸ ਲੱਗੇ ਹੋਏ ਨੇ ਮਤਲਬ ਇਹ ਕਾਰਬਨ ਕੀ ਹੈ ਇਹ ਕੰਪਾਊਂਡ ਕੀ ਹੈ ਕਾਇਰਲ ਕੰਪਾਊਂਡ ਹੈ ਕਿਉਂਕਿ ਇਹਦੇ ਵਿੱਚ ਕੀ ਹੈ ਕਾਰਬਨ ਦੇ ਅਰਾਊਂਡ ਕੀ ਨੇ ਚਾਰੋਂ ਡਿਫਰੈਂਟ ਗਰੁੱਪਸ ਲੱਗੇ ਹੋਏ ਨੇ ਹੁਣ ਰਾਜੇ ਕਾਇਰਲਿਟੀ ਦੀ ਡੈਫੀਨੇਸ਼ਨ ਕਰਨ ਤੋਂ ਪਹਿਲਾਂ ਕੁਝ ਟਰਮਸ ਨੇ ਉਹ ਕਲੀਅਰ ਹੋਣੀ ਚਾਹੀਦੀਆਂ ਨੇ ਫਰਸਟ ਇਜ਼ ਮਿਰਰ ਇਮੇजेस ਹੁਣ ਮਿਰਰ ਇਮੇਜ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਕਿ ਆਪਾਂ ਰੋਜ਼ ਆਪਣਾ ਫੇਸ ਦੇਖਦੇ ਹਾਂ ਸ਼ੀਸ਼ੇ ਤਾਂ ਹਰ ਕੋਈ ਦੇਖਦਾ ਠੀਕ ਹੈ ਉਸ 'ਚ ਆਪਾਂ ਨੂੰ ਆਪਣੀ ਕੀ ਦਿਖਦੀ ਹੈ ਰਿਫਲੈਕਸ਼ਨ ਦਿਖਦੀ ਹੈ ਇਸੇ ਤਰ੍ਹਾਂ ਜਿਹੜੇ ਕਾਇਰਲ ਕੰਪਾਊਂਡਸ ਹੈ ਜਦੋਂ ਆਪਾਂ ਉਹਨੂੰ ਮਿਰਰ 'ਚ ਦੇਖਾਂਗੇ ਤਾਂ ਆਪਾਂ ਨੂੰ ਉਹਦੀ ਕੀ ਦਿਖਦੀ ਹੈ ਰਿਫਲੈਕਸ਼ਨਸ ਦਿਖਦੀਆਂ ਨੇ ਮਤਲਬ ਮਿਰਰ ਇਮੇजेस ਕੀ ਨੇ ਰਿਫਲੈਕਸ਼ਨਸ ਆਫ ਐਨ ਆਬਜੈਕਟ ਨੈਕਸਟ ਟਰਮ ਕੀ ਹੈ ਸੁਪਰ ਦੇਖੋ ਜਿਵੇਂ ਹੁਣ ਆ ਐਗਜ਼ਾਮਪਲ ਨਾਲ ਦੇਖੋ ਆ ਕੰਪਾਊਂਡ ਹੈ ਠੀਕ ਹੈ ਇਹਦੀ ਮਿਰਰ ਇਮੇਜ ਆ ਹੈ ਠੀਕ ਹੈ ਹੁਣ ਕਾਰਬਨ ਹੈ ਇਹਦੇ ਵਿੱਚ ਜਿਹੜੀ ਕੀ ਹੈ ਕਾਰਬਨ ਚ ਕੀ ਹੈ ਸਿੰਗਲ ਬੌਂਡਸ ਨੇ ਹੁਣ ਸਿੰਗਲ ਬੌਂਡਸ ਨੂੰ ਆਪਾਂ ਨੂੰ ਪਤਾ ਹੈ ਕਿ ਆਪਾਂ ਕੀ ਕਰ ਸਕਦੇ ਹਾਂ ਰੋਟੇਟ ਕਰਦੇ ਹਾਂ ਜਦੋਂ ਆਪਾਂ ਇਸ ਨੂੰ ਰੋਟੇਟ ਕਰਾਂਗੇ ਠੀਕ ਹੈ ਤਾਂ ਇਸ ਨੂੰ ਆਪਾਂ ਇਸ ਦੀ ਕਿਹਦੇ ਉੱਪਰ ਰੱਖਾਂਗੇ ਇਸ ਇਮੇਜ ਦੇ ਉੱਪਰ ਰੱਖਾਂਗੇ ਤਾਂ ਆਪਾਂ ਨੂੰ ਕੀ ਦਿਖੇਗਾ ਸਿਰਫ ਇੱਕ ਹੀ ਮੋਲੀਕਿਊਲ ਦਿਖੇਗਾ ਠੀਕ ਹੈ ਤਾਂ ਮਤਲਬ ਕਿ ਹੁਣ ਇੱਕ ਮੋਲੀਕਿਊਲ ਦਿਖੇਗਾ ਕਿਉਂ ਦਿਖਿਆ ਕਿਉਂਕਿ ਇਸ ਕਾਰਬਨ ਚ 4 ਡਿਫਰੈਂਟ ਗਰੁੱਪਸ ਨਹੀਂ 2 ਗਰੁੱਪ ਕੀ ਨੇ ਸੇਮ ਹੈ ਮਤਲਬ ਇਹ ਕਾਰਬਨ ਕੀ ਹੈ ਏ ਕਾਇਰਲ ਹੈ ਮਤਲਬ ਠੀਕ ਹੈ ਇਸ ਕਰਕੇ ਹੁਣ ਜਿਹੜੀਆਂ ਇਹਦੀ ਮਿਰਰ ਇਮੇਜ ਹੋਗੀ ਇਹਦੇ ਉੱਪਰ ਕੀ ਨਹੀਂ ਹੋਊਗੀ ਸੁਪਰ ਇੰਪੋਜ਼ੇਬਲ ਹੋਏਗੀ ਮਤਲਬ ਨਾਨ ਸੁਪਰ ਇੰਪੋਜ਼ੇਬਲ ਨਹੀਂ ਹੋਏਗੀ ਠੀਕ ਹੈ ਤਾਂ ਮਤਲਬ ਦੋਨੋਂ ਹੀ ਸਟਰਕਚਰਸ ਕੀ ਨੇ ਆਇਡੈਂਟੀਕਲ ਨੇ ਠੀਕ ਹੈ ਤਾਂ ਐਸੀ ਸਟਰਕਚਰ ਜਿਹੜੀ ਜਿਨ੍ਹਾਂ ਦੀ ਮਿਰਰ ਇਮੇਜ ਜਦੋਂ ਆਪਾਂ ਉਹਦੇ ਉੱਪਰ ਰੱਖਾਂਗੇ ਆਪਾਂ ਨੂੰ ਕੀ ਦਿਖੇ ਇੱਕੋ ਸਟਰਕਚਰ ਮਿਲੇ ਮਤਲਬ ਉਹ ਕੀ ਨੇ ਆਇਡੈਂਟੀਕਲ ਹੋਵੇ ਤਾਂ ਉਸਨੂੰ ਆਪਾਂ ਕੀ ਬੋਲਦੇ ਹਾਂ ਸੁਪਰ ਇੰਪੋਜ਼ੇਬਲ ਤਾਂ ਐਸੇ ਮੋਲੀਕਿਊਲਸ ਕੀ ਹੁੰਦੇ ਨੇ ਉਹ ਕੀ ਹੁੰਦੇ ਨੇ ਆਪਟੀਕਲੀ ਇਨਐਕਟਿਵ ਹੁੰਦੇ ਨੇ ਠੀਕ ਹੈ ਇਸ ਕਰਕੇ ਉਹ ਕੀ ਨਹੀਂ ਸ਼ੋ ਕਰਦੇ ਕਾਇਰਲਿਟੀ ਸ਼ੋ ਨਹੀਂ ਕਰਦੇ ਨੈਕਸਟ ਹੈ ਨੈਕਸਟ ਟੌਪਿਕ ਕੀ ਹੈ ਰਾਜੇ ਨॉन सुपर इंपोजेबल नॉन सुपर इंपोजेबल ਦਾ ਮਤਲਬ ਕੀ ਹੈ ਕਿ ਅਗਰ ਕਿਸੇ ਕੰਪਾਊਂਡ ਦੀ ਮਿਰਰ ਇਮੇਜ ਹੈ ਠੀਕ ਹੈ ਤੇ ਉਸਨੂੰ ਆਪਾਂ ਰੋਟੇਟ ਕਰੀਏ ਜਾਂ ਕਿਸੇ ਵੀ ਮੈਥਡ ਦੇ ਨਾਲ ਠੀਕ ਹੈ ਉਸਨੂੰ ਉਸਦੇ ਉੱਪਰ ਮਿਰਰ ਇਮੇਜ ਨੂੰ ਜਦੋਂ ਰੱਖੀਏ ਤਾਂ ਆਪਾਂ ਨੂੰ ਕੀ ਦਿਖਣ ਦੋ ਡਿਫਰੈਂਟ ਸਟਰਕਚਰਸ ਦਿਖਣ ਤਾਂ ਮਤਲਬ ਕਿ ਉਹ ਕੀ ਹੁੰਦੀਆਂ ਨੇ ਮਿਰਰ ਇਮੇजेस ਕੀ ਹੁੰਦੀਆਂ ਨੇ ਨॉन सुपर इंपोजेबल ਹੁੰਦੀਆਂ ਨੇ ਕਿਉਂਕਿ ਉਹ ਆਇਡੈਂਟੀਕਲ ਸਟਰਕਚਰਸ ਨਹੀਂ ਆ ਜਿਵੇਂ ਐਗਜ਼ਾਮਪਲ ਦੇਖੋ ਜਿਵੇਂ ਹੁਣ ਆ ਕੰਪਾਊਂਡ ਹੈ ਇਹ ਬਲੈਕ ਬੋਲ ਸ਼ੋਜ਼ ਕੀ ਹੈ ਕਾਰਬਨ ਹੈ ਹੁਣ ਇਹਦੇ ਨਾਲ 4 ਕੀ ਡਿਫਰੈਂਟ ਕਲਰ ਦੀ ਬੋਲਸ ਹੈ ਮਤਲਬ 4 ਡਿਫਰੈਂਟ ਗਰੁੱਪਸ ਨੇ ਹੁਣ ਇਹਦੀ ਆ ਕੀ ਹੈ ਮਿਰਰ ਇਮੇਜ ਹੈ ਹੁਣ ਜਦੋਂ ਇਸ ਨੂੰ ਆਪਾਂ ਕੀ ਕਰਾਂਗੇ ਇਹਦੇ ਉੱਪਰ ਰੱਖਾਂਗੇ ਤਾਂ ਆਪਾਂ ਨੂੰ ਦੋਨੋਂ ਹੀ ਸਟਰਕਚਰਸ ਨਜ਼ਰ ਆਣਗੀਆਂ ਠੀਕ ਹੈ ਮਤਲਬ ਇਹ ਮਿਰਰ ਇਮੇਜ ਕੀ ਹੈ ਇਹਨੂੰ ਆਪਾਂ ਕੀ ਕਰ ਸਕਦੇ ਡਿਸਟਿੰਗੁਇਸ਼ ਕਰ ਸਕਦੇ ਹਾਂ ਦੋਨਾਂ ਨੂੰ ਤਾਂ ਐਸੀ ਸਟਰਕਚਰ ਜਿਨ੍ਹਾਂ ਦੀ ਮਿਰਰ ਇਮੇਜ ਨੂੰ ਆਪਾਂ ਕੀ ਕਰ ਸਕਦੇ ਹਾਂ ਡਿਸਟਿੰਗੁਇਸ਼ ਕਰ ਸਕਦੇ ਹਾਂ ਉਹਨਾਂ ਨੂੰ ਆਪਾਂ ਕੀ ਬੋਲਦੇ ਹਾਂ ਨॉन सुपर इंपोजेबल मतलब ਇਹ ਇਮੇजेस ਕੀ ਨੇ नॉन सुपर इंपोजेबल ਨੇ ਦੂਸਰੀ ਐਗਜ਼ਾਮਪਲ ਦੇਖੋ ਜਿਵੇਂ ਹੁਣ ਇਹ ਐਗਜ਼ਾਮਪਲ ਹੈ ਜਦੋਂ ਇਹਦੀ ਮਿਰਰ ਇਮੇਜ ਨੂੰ ਇਹਦੇ ਉੱਪਰ ਆਪਾਂ ਰੱਖਿਆ ਠੀਕ ਹੈ ਤਾਂ ਆਪਾਂ ਨੂੰ ਦੋਨੋਂ ਹੀ ਸਟਰਕਚਰਸ ਦਿਖ ਰਹੀਆਂ ਨੇ ਮਤਲਬ ਇਹ ਦੋਨੋਂ ਕੀ ਨੇ ਇਹਦੀ ਮਿਰਰ ਇਮੇਜ ਕੀ ਹੈ ਇਹਦੇ ਉੱਪਰ ਨॉन सुपर इंपोजेबल ਹੈ ਕਲੀਅਰ ਹੈ ਤਾਂ ਇਹ ਟਰਮਸ ਸੀਗੀਆਂ ਮਿਰਰ ਇਮੇजेस ਸੁਪਰ ਇੰਪੋਜ਼ੇਬਲ ਤੇ ਨॉन सुपर इंपोजेबल ਇਹ ਆਪਾਂ ਨੂੰ ਪਤਾ ਹੋਣੀ ਚਾਹੀਦੀਆਂ ਸੀ ਨੈਕਸਟ ਕੀ ਹੈ
ਹੁਣ ਨੈਕਸਟ ਪ੍ਰੋਪਰਟੀ ਆਪਾਂ ਕਰਨੀ ਹੈ ਕਾਇਰੈਲਿਟੀ ਕੀ ਹੁੰਦੀ ਹੈ। ਹੁਣ ਕਾਇਰੈਲਿਟੀ ਕੀ ਹੁੰਦੀ ਹੈ ਕਿ ਐਸੇ ਕੰਪਾਊਂਡਸ ਜਾਂ ਐਸਾ ਮੋਲੀਕਿਊਲ ਜਿਹਦੀ ਮਿਰਰ ਇਮੇਜ ਉਹਦੇ ਉੱਪਰ ਕੀ ਹੋਵੇ, ਨੋਨ ਸੁਪਰ ਇੰਪੋਜ਼ੇਬਲ ਹੋਵੇ। ਠੀਕ ਹੈ, ਤਾਂ ਉਹਨੂੰ ਕਿਸੇ ਵੀ ਰੋਟੇਸ਼ਨ ਨਾਲ ਜਾਂ ਠੀਕ ਹੈ ਕਿਸੇ ਵੀ ਮੈਥਡ ਦੇ ਨਾਲ ਆਪਾਂ ਉਹਨੂੰ ਕੀ ਨਹੀਂ ਕਰ ਸਕਦੇ, ਸੁਪਰ ਇੰਪੋਜ਼ ਨਹੀਂ ਕਰ ਸਕਦੇ। ਐਸੇ ਮੋਲੀਕਿਊਲ ਕੀ ਸ਼ੋ ਕਰਦੇ ਨੇ, ਕਾਇਰੈਲਿਟੀ ਸ਼ੋ ਕਰਦੇ ਨੇ। ਕਲੀਅਰ ਹੈ। ਹੁਣ ਜਿਹੜੇ ਮੋਲੀਕਿਊਲ ਕਾਇਰੈਲਿਟੀ ਸ਼ੋ ਕਰਦੇ ਨੇ ਦੇ ਆਲਸੋ ਸ਼ੋ ਆਪਟੀਕਲ ਆਈਸੋਮੈਰਿਜ਼ਮ। ਠੀਕ ਹੈ, ਹੁਣ ਆਈਸੋਮਰਸ ਕੀ ਹੁੰਦੇ ਨੇ, ਆਪਾਂ ਪੜ੍ਹਿਆ ਕਿ ਐਸੇ ਮੋਲੀਕਿਊਲਸ, ਐਸੇ ਕੰਪਾਊਂਡਸ ਵਿਚ ਐਗਜ਼ਿਸਟ ਇਨ 2 or 3 ਡਿਫਰੈਂਟ ਫਾਰਮਸ। ਠੀਕ ਹੈ, ਤੇ ਉਹਨਾਂ ਦੀ ਮੋਲੀਕੂਲਰ ਫਾਰਮੂਲਾ ਸੇਮ ਹੁੰਦਾ ਪਰ ਸਟਰਕਚਰ ਕੀ ਹੁੰਦੀ ਹੈ, ਡਿਫਰੈਂਟ ਹੁੰਦੀ ਹੈ। ਤਾਂ ਜਿਹੜੀ ਆਪਟੀਕਲ ਆਈਸੋਮੈਰਿਜ਼ਮ ਹੈ ਕਿਹਦੀ ਐਗਜ਼ਾਮਪਲ ਹੈ, ਸਟੀਰੀਓ ਆਈਸੋਮੈਰਿਜ਼ਮ ਦੀ ਐਗਜ਼ਾਮਪਲ ਹੈ। ਹੁਣ ਸਟੀਰੀਓ ਆਈਸੋਮਰਸ ਕੀ ਹੁੰਦੇ ਨੇ ਕਿ ਐਸੇ ਕੰਪਾਊਂਡ ਜਿਨ੍ਹਾਂ ਦਾ ਮੋਲੀਕੂਲਰ ਫਾਰਮੂਲਾ ਸੇਮ ਹੋਵੇ ਤੇ ਸਟਰਕਚਰ ਵੀ ਡਿਫਰੈਂਟ, ਸਟਰਕਚਰ ਵੀ ਕੀ ਹੋਵੇ, ਸੇਮ ਹੋਵੇ, ਬਟ ਉਹਨਾਂ ਦੀ ਜਿਹੜੀ ਸਪੇਸ ਦੇ ਵਿੱਚ ਕੀ ਹੈ, ਅਰੇਂਜਮੈਂਟ ਹੈ ਐਟਮਸ ਦੀ ਜਾਂ ਗਰੁੱਪ ਆਫ ਐਟਮਸ ਦੀ, ਉਹ ਕੀ ਹੋਵੇ, ਡਿਫਰੈਂਟ ਹੋਵੇ। ਤਾਂ ਐਸੇ ਆਈਸੋਮਰਸ ਨੂੰ ਆਪਾਂ ਕੀ ਬੋਲਦੇ ਹਾਂ, ਆਪਟੀਕਲ ਆਈਸੋਮਰਸ, ਤੇ ਇਸ ਪ੍ਰੋਪਰਟੀ ਨੂੰ ਆਪਾਂ ਕੀ ਬੋਲਦੇ ਹਾਂ, ਆਪਟੀਕਲ ਆਈਸੋਮੈਰਿਜ਼ਮ। ਹੁਣ ਜਿਹੜੇ ਆਪਟੀਕਲ ਆਈਸੋਮਰਸ ਨੇ, ਠੀਕ ਹੈ, ਉਹਨਾਂ ਦੀ ਕੈਮੀਕਲ ਪ੍ਰੋਪਰਟੀ ਸਭ ਕੁਝ ਕੀ ਹੁੰਦਾ, ਸੇਮ ਹੁੰਦਾ। ਡਿਫਰੈਂਟ ਕਿਤੇ ਹੁੰਦਾ ਕਿ ਜਿਹੜੀ ਪਲੇਨ ਪੋਲਰਾਈਜ਼ਡ ਲਾਈਟ ਹੈ ਉਹਨੂੰ ਉਹ ਡਿਫਰੈਂਟ ਵੇ ਦੇ ਨਾਲ ਕੀ ਕਰਦੇ ਨੇ, ਉਹਦੇ ਪ੍ਰਤੀ ਕੀ ਕਰਦੇ ਨੇ, ਡਿਫਰੈਂਟ ਕੀ ਸ਼ੋ ਕਰਦੇ ਨੇ, ਬਿਹੇਵੀਅਰ ਸ਼ੋ ਕਰਦੇ ਨੇ। ਹੁਣ ਪਲੇਨ ਪੋਲਰਾਈਜ਼ਡ ਲਾਈਟ ਕੀ ਹੁੰਦੀ ਹੈ, ਅੱਗੇ ਆਪਾਂ ਨੈਕਸਟ ਟੌਪਿਕ 'ਚ ਕਰਾਂਗੇ। ਹੁਣ ਉਸ ਤੋਂ ਪਹਿਲਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਆਪਟੀਕਲ ਐਕਟੀਵਿਟੀ ਕੀ ਹੁੰਦੀ ਹੈ। ਆਪਟੀਕਲ ਐਕਟੀਵਿਟੀ ਕੀ ਹੁੰਦੀ ਹੈ ਕਿ ਆਪਟੀਕਲ ਆਈਸੋਮਰਸ ਦੀ ਅਬਿਲਿਟੀ ਟੂ ਰੋਟੇਟ ਦੀ ਪਲੇਨ ਪੋਲਰਾਈਜ਼ਡ ਲਾਈਟ। ਹੁਣ ਆਪਾਂ ਪਹਿਲਾਂ ਕੀ ਕਰਦੇ ਹਾਂ, ਪਲੇਨ ਪੋਲਰਾਈਜ਼ਡ ਲਾਈਟ ਕੀ ਹੁੰਦੀ ਹੈ। ਹੁਣ ਜਿਵੇਂ ਆ ਲਾਈਟ ਸੋਰਸ ਹੈ, ਠੀਕ ਹੈ, ਹੁਣ ਕੋਈ ਵੀ ਹੋ ਸਕਦਾ ਲਾਈਟ ਸੋਰਸ। ਹੁਣ ਇਹਦੇ ਵਿੱਚੋਂ ਜਿਹੜੀ ਵਾਈਬ੍ਰੇਸ਼ਨਸ ਆ ਰਹੀਆਂ ਨੇ ਉਹ ਕੀ, ਉਹਦੀ ਜਿਹੜੀ ਡਾਇਰੈਕਸ਼ਨ ਹੈ ਉਹ ਕੀ ਹੈ, ਚਾਰੋਂ ਡਾਇਰੈਕਸ਼ਨ ਦੇ ਵਿੱਚ ਹੈ। ਠੀਕ ਹੈ, ਤਾਂ ਇਸ ਲਾਈਟ ਨੂੰ ਆਪਾਂ ਕੀ ਬੋਲਦੇ ਹਾਂ, ਆਰਡੀਨਰੀ ਲਾਈਟ। ਹੁਣ ਇਸ ਆਰਡੀਨਰੀ ਲਾਈਟ ਨੂੰ ਜਦੋਂ ਆਪਾਂ ਨਿੱਕਲ ਪ੍ਰਿਜ਼ਮ ਦੇ ਵਿੱਚੋਂ ਪਾਸ ਕਰਾਂਗੇ, ਨਿੱਕਲ ਪ੍ਰਿਜ਼ਮ ਇਹਨੂੰ ਕੀ ਬੋਲਦੇ, ਪੋਲਰਾਈਜ਼ਰ। ਇਹ ਕੀ ਕਰਦਾ ਹੈ ਕਿ ਸਾਰੀ ਵਾਈਬ੍ਰੇਸ਼ਨ ਨੂੰ ਐਬਜ਼ੌਰਬ ਕਰ ਲੂਗਾ ਐਕਸੈਪਟ ਵਨ, ਤੇ ਇੱਕ ਜਿਹੜੀ ਵਾਈਬ੍ਰੇਸ਼ਨ ਹੁਣ ਉਹ ਲਾਈਟ ਦੀ ਭੇਜੂਗਾ ਉਹਦੀ ਜਿਹੜੀ ਕੀ ਡਾਇਰੈਕਸ਼ਨ, ਵਾਈਬ੍ਰੇਸ਼ਨ ਦੀ ਜਿਹੜੀ ਡਾਇਰੈਕਸ਼ਨ ਹੈ ਉਹ ਕੀ ਹੋਊਗੀ, ਇੱਕੋ ਹੀ ਹੋਏਗੀ। ਤਾਂ ਐਸੀ ਲਾਈਟ ਜਿਹਦੀ ਵਾਈਬ੍ਰੇਸ਼ਨ ਸਿਰਫ ਇੱਕ ਡਾਇਰੈਕਸ਼ਨ 'ਚ ਹੋਣ, ਇਸ ਲਾਈਟ ਨੂੰ ਆਪਾਂ ਕੀ ਬੋਲਦੇ ਹਾਂ, ਪਲੇਨ ਪੋਲਰਾਈਜ਼ਡ ਲਾਈਟ, ਜਾਂ ਸ਼ੋਰਟ ਫਾਰਮ 'ਚ ਆਪਾਂ PPL ਕਹਿ ਦਿੰਦੇ ਹਾਂ। ਹੁਣ ਪਲੇਨ ਪੋਲਰਾਈਜ਼ਡ ਲਾਈਟ ਨੂੰ ਜਦੋਂ ਆਪਾਂ ਕਿਹਦੇ ਵਿੱਚੋਂ ਪਾਸ ਕਰਦੇ ਹਾਂ, ਕਾਇਰਲ ਕੰਪਾਊਂਡ ਦੇ ਸੋਲਿਊਸ਼ਨ 'ਚੋਂ ਪਾਸ ਕਰਦੇ ਹਾਂ। ਤਾਂ ਹੁਣ ਕਾਇਰਲ ਕੰਪਾਊਂਡ ਦਾ ਸੋਲਿਊਸ਼ਨ ਦੇ ਪ੍ਰੋਪਰਟੀਜ਼ ਦੇ ਅਕੋਰਡਿੰਗ ਵੀ ਉਹਦੀ ਸਟਰਕਚਰ ਕਿੱਦਾਂ ਦੀ ਹੈ, ਵੀ ਉਹ ਕੀ ਕਰਦਾ, ਜਾਂ ਪਲੇਨ ਪੋਲਰਾਈਜ਼ਡ ਲਾਈਨ ਨੂੰ ਦੋ ਤਰੀਕੇ ਨਾਲ ਕੀ ਕਰ ਸਕਦਾ, ਰੋਟੇਟ ਕਰ ਸਕਦਾ ਹੈ। ਜਾਂ ਤਾਂ ਉਹ ਲੈਫਟ ਸਾਈਡ ਰੋਟੇਟ ਕਰ ਸਕਦਾ ਹੈ, ਜਾਂ ਰਾਈਟ ਸਾਈਡ ਕੀ ਕਰ ਸਕਦਾ, ਰੋਟੇਟ ਕਰ ਸਕਦਾ ਹੈ। ਜਾਂ ਆਪਾਂ ਕਹਿ ਸਕਦੇ ਹਾਂ ਐਂਟੀ ਕਲੌਕਵਾਈਜ਼ ਜਾਂ ਕਲੌਕਵਾਈਜ਼ ਡਾਇਰੈਕਸ਼ਨ 'ਚੋਂ ਕੀ ਕਰ ਸਕਦਾ, ਰੋਟੇਟ ਕਰ ਸਕਦਾ। ਹੁਣ ਅਗਰ ਉਹ ਲੈਫਟ ਸਾਈਡ ਰੋਟੇਟ ਕਰਦਾ ਹੈ ਤਾਂ ਐਸੇ ਕੰਪਾਊਂਡ ਨੂੰ, ਐਸੇ ਕਾਇਰਲ ਕੰਪਾਊਂਡ ਨੂੰ ਆਪਾਂ ਬੋਲਦੇ ਹਾਂ ਲੀਵੋ ਰੋਟੇਟਰੀ। ਠੀਕ ਹੈ, ਅਗਰ ਉਹ ਕੀ ਕਰਦਾ ਹੈ, ਰਾਈਟ ਸਾਈਡ ਰੋਟੇਟ ਕਰਦਾ ਹੈ ਜਾਂ ਕਲੌਕਵਾਈਜ਼ ਡਾਇਰੈਕਸ਼ਨ 'ਚ ਰੋਟੇਟ ਕਰਦਾ ਹੈ, ਐਸੇ ਕੰਪਾਊਂਡ ਨੂੰ ਆਪਾਂ ਬੋਲਦੇ ਹਾਂ ਡੈਕਸਟਰੋ ਰੋਟੇਟਰੀ। ਹੁਣ ਇਹ ਕੀ ਹੈ, ਐਨਾਲਾਈਜ਼ਰ ਹੈ। ਇੱਥੇ ਆਪਾਂ ਕੀ ਆਈ, ਇੱਥੋਂ ਆਪਾਂ ਓਬਜ਼ਰਵ ਕਰਦੇ ਹਾਂ ਕਿ ਕੰਪਾਊਂਡ ਨੇ PPL ਨੂੰ, ਦੈਟ ਇਜ਼ ਪਲੇਨ ਪੋਲਰਾਈਜ਼ਡ ਲਾਈਟ ਨੂੰ ਲੈਫਟ ਸਾਈਡ ਰੋਟੇਟ ਕੀਤਾ, ਜਾਂ ਐਂਟੀ ਕਲੌਕਵਾਈਜ਼ ਡਾਇਰੈਕਸ਼ਨ ਰੋਟੇਟ ਕੀਤਾ, ਜਾਂ ਰਾਈਟ ਸਾਈਡ ਔਰ ਵੀ ਕੈਨ ਸੇ ਕਲੌਕਵਾਈਜ਼ ਡਾਇਰੈਕਸ਼ਨ 'ਚ ਰੋਟੇਟ ਕੀਤਾ। ਜਿਵੇਂ ਹੁਣ ਦੇਖੋ ਨੈਕਸਟ ਸਲਾਈਡ 'ਚ ਕਿ ਹੁਣ ਜਿਹੜੇ ਆਪਟੀਕਲ ਆਈਸੋਮਰਸ ਨੇ ਉਹਨੂੰ ਆਪਾਂ ਹੋਰ ਕੀ ਬੋਲਦੇ ਹਾਂ, ਇਨੈਂਸ਼ੀਓਮਰਸ ਬੋਲਦੇ ਹਾਂ। ਠੀਕ ਹੈ, ਹੁਣ ਜਿਹੜੇ ਆਪਟੀਕਲ ਆਈਸੋਮਰਸ ਆ, ਹੁਣੇ ਮੈਂ ਤੁਹਾਨੂੰ ਦੱਸਿਆ ਕਿ ਦੋ ਤਰ੍ਹਾਂ ਦੇ ਹੁੰਦੇ ਨੇ, ਡੈਕਸਟਰੋ ਰੋਟੇਟਰੀ ਜਾਂ ਲੀਵੋ ਰੋਟੇਟਰੀ। ਠੀਕ ਹੈ, ਹੁਣ ਡੈਕਸਟਰੋ ਰੋਟੇਟਰੀ ਮਤਲਬ ਜਿਹਨੇ ਆਪਟੀਕਲ ਐਕਟੀਵਿਟੀ ਨੂੰ ਕਿਹਦੇ ਕੀਤਾ, ਲੈਫਟ ਰਾਈਟ ਸਾਈਡ ਰੋਟੇਟ ਕੀਤਾ, ਲੀਵੋ ਰੋਟੇਟਰੀ ਮਤਲਬ ਲੈਫਟ ਸਾਈਡ ਰੋਟੇਟ ਕੀਤਾ। ਹੁਣ ਇਹਨਾਂ ਨੂੰ ਆਪਾਂ ਹੋਰ ਕੀ ਬੋਲ ਸਕਦੇ ਹਾਂ, ਰੈਕਟਸ ਰਾਈਟ ਜਾਂ ਸਿਨਿਸਟਰ ਲੈਫਟ, ਜਾਂ ਹੋਰ ਕੀ ਬੋਲ ਸਕਦੇ ਹਾਂ, ਪਲੱਸ ਜਾਂ ਮਾਈਨਸ, ਜਾਂ ਸ਼ਾਰਟ ਫਾਰਮ 'ਚ D and L ਆਈਸੋਮਰਸ। ਹੁਣ ਇਹ ਡਿਫਰੈਂਟ ਵੇਜ਼ ਹੈ ਟੂ ਰਿਪਰੈਜ਼ੈਂਟ ਦੀ ਆਪਟੀਕਲ ਆਈਸੋਮਰਸ। ਹੁਣ ਜਿਹੜੇ ਆਪਟੀਕਲ ਆਈਸੋਮਰਸ ਹੈ, ਠੀਕ ਹੈ, ਜਦੋਂ ਆਪਾਂ ਉਹਨੂੰ ਕੀ ਕਰਦੇ ਹਾਂ, ਉਹਨਾਂ ਦੇ ਦੋ D ਆਈਸੋਮਰ ਤੇ L ਆਈਸੋਮਰ, ਮਤਲਬ ਕਿ ਪੋਜ਼ਿਟਿਵ ਵਾਲਾ ਤੇ ਨੈਗੇਟਿਵ ਵਾਲੇ ਨੂੰ ਇਕੁਅਲ ਕੁਆਂਟਿਟੀ 'ਚ ਮਿਕਸ ਕਰ ਦਈਏ ਤਾਂ ਜਿਹੜਾ ਮਿਕਸਚਰ ਬਣੇਗਾ ਉਹ ਕੀ, ਮਿਕਸਚਰ ਦਾ ਨਾਮ ਕੀ ਹੋਊਗਾ, ਰੇਸਮਿਕ ਮਿਕਸਚਰ, ਜਾਂ ਆਪਾਂ ਕੀ ਬੋਲਦੇ ਹਾਂ, ਰੇਸਮਿਟ ਬੋਲਦੇ ਹਾਂ। ਹੁਣ ਰੇਸਮਿਕ ਮਿਕਸਚਰ ਹੈ, ਉਹਦੀ ਜਿਹੜੀ ਆਪਟੀਕਲ ਐਕਟੀਵਿਟੀ ਕੀ ਹੋਊਗੀ, ਉਹ ਜ਼ੀਰੋ ਹੋਊਗੀ। ਮਤਲਬ ਕਿ ਰੇਸਮਿਕ ਮਿਕਸਚਰ ਕੀ ਹੁੰਦਾ, ਆਪਟੀਕਲੀ ਇਨਐਕਟਿਵ ਹੁੰਦਾ, ਜਾਂ ਆਪਾਂ ਉਹਨੂੰ ਕੀ ਬੋਲ ਸਕਦੇ, ਏ ਕਾਇਰਲ ਹੁੰਦਾ। ਏ ਕਾਇਰਲ ਮਤਲਬ ਆਪਟੀਕਲੀ ਇਨਐਕਟਿਵ, ਕਿਉਂਕਿ ਪਲੱਸ ਦੀ ਜਿਹੜੀ ਰੋਟੇਸ਼ਨ ਹੈ ਉਹ ਨੈਗੇਟਿਵ ਕੀ ਕਰ ਦੂਗਾ, ਕੈਂਸਲ ਕਰ ਦੋ। ਨੈਗੇਟਿਵ ਦੀ ਰੋਟੇਸ਼ਨ ਨੂੰ ਕੌਣ ਕੈਂਸਲ ਕਰ ਦੂਗਾ, ਪਲੱਸ। ਐਜ਼ ਅ ਹੋਲ ਜਿਹੜਾ ਕੰਪਾਊਂਡ ਦੇ ਵਿੱਚ ਕਾਇਰਲ ਕਾਰਬਨ ਹੋਣ ਦੇ ਬਾਵਜੂਦ ਕੰਪਾਊਂਡ ਕੀ ਹੋਊਗਾ, ਏ ਕਾਇਰਲ ਹੋਊਗਾ, ਜਾਂ ਵੀ ਕੈਨ ਸੇ ਆਪਟੀਕਲੀ ਇਨਐਕਟਿਵ ਹੋਏਗਾ।
क्लियर है। ਹੁਣ ਨੈਕਸਟ ਕੀ ਹੈ, ਇਨੈਂਸ਼ੀਓਮਰਸ ਕੀ ਹੁੰਦੇ ਨੇ। ਹੁਣ ਇਨੈਂਸ਼ੀਓਮਰਸ ਕੀ ਹੁੰਦੇ ਨੇ ਕਿ ਐਸੇ ਕੰਪਾਊਂਡਸ, ਐਸੇ ਸਟੀਰੀਓ ਆਈਸੋਮਰਸ ਔਰ ਵੀ ਕੈਨ ਸੇ ਐਸੇ ਆਪਟੀਕਲ ਆਈਸੋਮਰ ਜਿਨ੍ਹਾਂ ਦੀ ਮਿਰਰ ਇਮੇजेस ਕੀ ਹੋਣ, ਉਹਨਾਂ ਦੇ ਉੱਪਰ ਨੋਨ ਸੁਪਰ ਇੰਪੋਜ਼ੇਬਲ ਹੋਵੇ, ਉਹਨਾਂ ਨੂੰ ਆਪਾਂ ਕੀ ਬੋਲਦੇ ਆ, ਇਨੈਂਸ਼ੀਓਮਰਸ ਬੋਲਦੇ ਆ। ਜਿਵੇਂ ਹੁਣ ਐਗਜ਼ਾਮਪਲ ਦੇਖੋ, ਆ ਕੰਪਾਊਂਡ ਦਾ ਕਾਰਬਨ ਐਟਮ ਜਿੱਥੇ ਪੁਆਇੰਟਰ ਹੈ, ਇਹ ਕੀ ਹੈ, ਕਾਇਰਲ ਹੈ। ਮਤਲਬ ਇਹਦੇ ਨਾਲ 4 ਡਿਫਰੈਂਟ ਗਰੁੱਪਸ ਲੱਗੇ ਹੋਏ ਨੇ। ਹੁਣ ਇਹਦੀ ਮਿਰਰ ਇਮੇਜ ਹੈ, ਇਸ ਮਿਰਰ ਇਮੇਜ ਨੂੰ ਇਮੈਜਿਨ ਕਰੋ ਕਿ ਤੁਸੀਂ ਇਹਦੇ ਉੱਪਰ ਰੱਖ ਰਹੇ ਹੋ, ਤਾਂ ਆਪਾਂ ਨੂੰ ਦੋਨੋਂ ਹੀ ਇਮੇਜਿਨ ਕੀ ਹੋਊਗੀ, ਇਮੇजेस ਸ਼ੋ ਹੋਣਗੀਆਂ। ਮਤਲਬ ਇਹਦੀ ਜਿਹੜੀ ਮਿਰਰ ਇਮੇਜ ਹੈ ਕੀ ਹੈ, ਉਹਦੇ ਉੱਪਰ ਨੋਨ ਸੁਪਰ ਇੰਪੋਜ਼ੇਬਲ ਹੈ, ਮਤਲਬ ਕਿ ਇਹ ਕੰਪਾਊਂਡ ਕੀ ਹੈ, ਕਾਇਰਲ ਹੈ, ਔਰ ਇਹਨੂੰ ਆਪਾਂ ਕੀ ਬੋਲਦੇ ਆ, ਇਨੈਂਸ਼ੀਓਮਰਸ ਬੋਲਦੇ ਆ। ਠੀਕ ਹੈ। ਹੁਣ ਨੈਕਸਟ ਐਗਜ਼ਾਮਪਲ ਇਹਦੀ ਆਪਾਂ ਕਰ ਰਹੇ ਹਾਂ। ਦੇਖੋ ਹੁਣ ਇਹ ਕਾਰਬਨ ਹੈ, ਇਹ ਕਾਇਰਲ ਹੈ, 4 ਡਿਫਰੈਂਟ ਗਰੁੱਪ ਲੱਗੇ ਹੋਏ ਨੇ, ਆ ਇਹਦੀ ਮਿਰਰ ਇਮੇਜ ਹੈ। ਹੁਣ ਇਮੈਜਿਨ ਕਰੋ ਕਿ ਇਹਨੂੰ ਇਹਦੇ ਉੱਪਰ ਰੱਖਿਆ ਤੁਸੀਂ ਨੇ। ਠੀਕ ਹੈ। ਹੁਣ ਜਦੋਂ ਆਪਾਂ ਇਹਨੂੰ ਦੋਨੋਂ ਹੀ ਦਿਖਣਗੇ, ਮਤਲਬ ਇਹਦੀ ਮਿਰਰ ਇਮੇਜ ਕੀ ਹੈ, ਇਹਦੇ ਉੱਪਰ ਨੋਨ ਸੁਪਰ ਇੰਪੋਜ਼ੇਬਲ ਹੈ, ਮਤਲਬ ਇਟ ਐਕਟ ਐਜ਼ ਐਗਜ਼ਿਸਟ ਐਜ਼ ਪੇਅਰ ਆਫ ਇਨੈਂਸ਼ੀਓਮਰ। ਹੁਣ ਇਹਦੇ ਵਿੱਚੋਂ ਇੱਕ ਡੈਕਸਟਰੋ ਰੋਟੇਟਰੀ ਹੋਊਗਾ, ਇੱਕ ਕੀ ਹੋਊਗਾ, ਲੀਵੋ ਰੋਟੇਟਰੀ ਹੋਊਗਾ। ਹੁਣ ਕਿਹੜਾ ਡੈਕਸਟਰੋ ਹੋਊਗਾ, ਕਿਹੜਾ ਲੀਵੋ ਹੋਊਗਾ, ਇਹ ਆਪਾਂ ਐਕਸਪੈਰੀਮੈਂਟਲੀ ਦੱਸ ਸਕਦੇ ਹਾਂ। ਠੀਕ ਹੈ। ਤਾਂ ਇਹ ਕੀ ਹੈ, ਇਨੈਂਸ਼ੀਓਮਰਸ ਸੀਗੇ। ਹੁਣ ਹੋਰ ਐਗਜ਼ਾਮਪਲਸ ਦੇਖੋ ਇਹਦੀਆਂ। ਹੁਣ ਜਿਵੇਂ ਆਪਣੇ ਹੈਂਡਸ ਨੇ, ਠੀਕ ਹੈ, ਜਦੋਂ ਇਹਦੀ ਇਮੇਜ ਬਣਦੀ ਹੈ, ਠੀਕ ਹੈ, ਮਿਰਰ ਦੇ ਵਿੱਚ। ਹੁਣ ਜਦੋਂ ਆਪਾਂ ਇਹਨੂੰ ਇਹਦੇ ਉੱਪਰ ਰੱਖਾਂਗੇ, ਠੀਕ ਹੈ, ਤਾਂ ਆਪਾਂ ਦੋਨੋਂ ਹੈਂਡ ਨਜ਼ਰ ਆਉਂਦੇ ਆ, ਮਤਲਬ ਕਿ ਜਿਹੜੇ ਆਪਣੇ ਹੈਂਡਸ ਆ ਉਹ ਵੀ ਕੀ ਐਗਜ਼ਿਸਟ ਕਰਦੇ ਨੇ, ਪੇਅਰ ਆਫ ਇਨੈਂਸ਼ੀਓਮਰਸ ਐਗਜ਼ਿਸਟ ਕਰਦੇ ਨੇ। ਠੀਕ ਹੈ। ਨੈਕਸਟ ਦੇਖੋ, ਜਿਵੇਂ ਹੋਰ ਐਗਜ਼ਾਮਪਲ, ਹੁਣ ਇਹਨੂੰ ਹੈਂਡਸ 'ਚ ਆਪਾਂ ਕੰਪਾਊਂਡ ਲਿੱਤੇ ਹੋਏ ਨੇ। ਹੁਣ ਇਹ ਕੰਪਾਊਂਡ ਨੂੰ ਜਦੋਂ ਆਪਾਂ ਕੀ ਕਰਾਂਗੇ, ਇਹਦੇ ਉੱਪਰ ਰੱਖਾਂਗੇ, ਆਪਾਂ ਦੋਨੋਂ ਹੀ ਕੰਪਾਊਂਡ ਕੀ ਹੋਣਗੇ, ਨਜ਼ਰ ਆਉਣਗੇ। ਠੀਕ ਹੈ। ਤਾਂ ਮਤਲਬ ਇਹ ਕੀ, ਆਪਣੇ ਹੈਂਡਸ ਵੀ ਕੀ ਨੇ, ਇਨੈਂਸ਼ੀਓਮਰਸ ਨੇ। ਕਲੀਅਰ ਹੈ। ਤਾਂ ਇਨੈਂਸ਼ੀਓਮਰਸ ਕੀ ਹੁੰਦੇ ਨੇ ਕਿ ਪੇਅਰ ਆਫ stereoisomers whose mirror images are non superimposable to each other। ਹੁਣ ਜਿਹੜੇ ਆ ਟੌਪਿਕ ਆਪਾਂ ਪੜ੍ਹੇ ਹੈ ਕਿ ਡੈਕਸਟਰੋਰੋਟੇਟਰੀ, ਲੀਵੋਰੋਟੇਟਰੀ, ਇਨੈਂਸ਼ੀਓਮਰਸ, ਰੇਸਮਿਕ ਮਿਕਸਚਰ, ਇਹ ਅੱਗੇ ਜਿਹੜਾ ਟੌਪਿਕ ਆਪਾਂ ਨੇ ਪੜ੍ਹਨਾ ਮੈਕੈਨਿਜ਼ਮ ਵਾਲਾ SN1 SN2 ਦਾ, ਉਹਦੇ ਵਿੱਚ ਯੂਜ਼ ਹੋਏਗਾ। ਤਾਂ ਇਹ ਆਪਾਂ ਨੂੰ ਪਤਾ ਹੋਣਾ ਚਾਹੀਦਾ ਸੀਗਾ। ਤਾਂ ਹੁਣ ਨੈਕਸਟ ਟੌਪਿਕ ਆਪਾਂ ਕੀ ਕਰਨਾ, ਮੈਕੈਨਿਜ਼ਮ ਆਫ SN1 ਐਂਡ SN2 ਰਿਐਕਸ਼ਨਸ। ਹੁਣ ਰਾਜੇ ਸਭ ਤੋਂ ਪਹਿਲਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਸਬਸਟੀਟਿਊਸ਼ਨ ਰਿਐਕਸ਼ਨ ਕੀ ਹੁੰਦੀਆਂ ਨੇ। ਹੁਣ ਅਗਰ ਐਸੇ ਕੰਪਾਊਂਡਸ ਨੇ, ਜਿਵੇਂ ਆਪਾਂ ਨੇ ਕਿਹਦੀ ਪੜ੍ਹਨੀ ਹੈ, ਅਲਕਾਈਲ ਹੈਲਾਈਡਸ ਦੀ। ਅਲਕਾਈਲ ਹੈਲਾਈਡ ਕੀ ਹੁੰਦਾ ਹੈ ਕਿ ਕਾਰਬਨ ਦੈਟ ਇਜ਼ sp3 ਕਾਰਬਨ ਦੇ ਨਾਲ ਕੋਈ ਵੀ ਇਲੈਕਟ੍ਰੋਨੈਗੇਟਿਵ ਐਟਮ ਅਗਰ ਲੱਗਿਆ ਹੋਵੇ, ਜਾਂ ਆਪਾਂ ਕੀ ਕਹਿ ਸਕਦੇ ਹਾਂ, ਇਲੈਕਟ੍ਰੋਨ ਵਿਡਰੋਇੰਗ ਗਰੁੱਪ ਲੱਗਿਆ ਹੋਵੇ। ਠੀਕ ਹੈ। ਤਾਂ ਉਸ ਕਾਰਬਨ ਦੋ ਤਰ੍ਹਾਂ ਦੀ ਰਿਐਕਸ਼ਨ ਦੇ ਸਕਦਾ, ਸਬਸਟੀਟਿਊਸ਼ਨ ਵੀ ਤੇ ਐਲੀਮੀਨੇਸ਼ਨ ਵੀ। ਜਿਵੇਂ ਹੁਣ ਆਹ ਦੇਖੋ, ਆ ਕਾਰਬਨ ਹੈ, ਠੀਕ ਹੈ, sp3 ਕਾਰਬਨ ਹੈ, ਇਹ ਸਾਰੇ ਸਿੰਗਲ ਬੌਂਡਸ ਨੇ, ਇਹਦੇ ਨਾਲ ਕੀ ਲੱਗਾ ਹੋਇਆ, ਐਕਸ ਕੀ ਹੈ, ਇਲੈਕਟ੍ਰੋਨੈਗੇਟਿਵ ਐਟਮ। ਹੁਣ ਇਹ ਦੋ ਤਰ੍ਹਾਂ ਦੀ ਰਿਐਕਸ਼ਨ ਦਿੰਦਾ ਹੈ। ਠੀਕ ਹੈ। ਸਬਸਟੀਟਿਊਸ਼ਨ ਐਜ਼ ਵੈਲ ਐਜ਼ ਐਲੀਮੀਨੇਸ਼ਨ। ਹੁਣ ਸਬਸਟੀਟਿਊਸ਼ਨ ਕੀ ਹੁੰਦਾ ਹੈ ਕਿ ਇੱਕ ਹੁਣ ਆਪਾਂ ਕਿਹਦੀ ਪੜ੍ਹਨੀ ਹੈ, ਸਬਸਟੀਟਿਊਸ਼ਨ ਰਿਐਕਸ਼ਨਸ ਆਫ alkyl halides, that is nucleophilic substitution reactions। ਹੁਣ ਇਹਦੇ ਵਿੱਚ ਦੇਖੋ, ਹੁਣ ਇਹ ਐਕਸ ਨੈਗੇਟਿਵ ਕੀ ਹੈ, ਨਿਊਕਲੀਓਫਾਈਲ ਹੈ। ਠੀਕ ਹੈ। ਕਿਉਂਕਿ ਇਹਦੇ ਉੱਪਰ ਨੈਗੇਟਿਵਲੀ ਚਾਰਜ, ਮਤਲਬ ਨਿਊਕਲੀਅਸ ਲਵਿੰਗ ਕੀ ਹੈ, ਨਿਊਕਲੀਓਫਾਈਲ ਹੈ। ਹੁਣ ਜਿਹੜਾ ਇੱਕ ਹੋਰ ਨਿਊਕਲੀਓਫਾਈਲ ਹੈ, ਇਹਦੇ ਨਾਲੋਂ ਜ਼ਿਆਦਾ ਕੀ ਹੋਊਗਾ, ਰਿਐਕਟਿਵ, ਇਹਦੀ ਜਗ੍ਹਾ ਲੈ ਲੂਗਾ। ਠੀਕ ਹੈ। ਇਹਦੀ ਪਲੇਸ ਤੇ ਆ ਗਿਆ, ਤਾਂ ਇਸ ਰਿਐਕਸ਼ਨ ਨੂੰ ਆਪਾਂ ਕੀ ਬੋਲਦੇ ਹਾਂ, ਸਬਸਟੀਟਿਊਸ਼ਨ ਰਿਐਕਸ਼ਨ। ਹੁਣ ਐਲੀਮੀਨੇਸ਼ਨ ਮਤਲਬ ਕੋਈ ਚੀਜ਼ ਬਾਹਰ ਜਾਣੀ। ਹੁਣ ਇਸ ਰਿਐਕਟੈਂਟ ਦੇ ਵਿੱਚੋਂ ਜਦੋਂ ਐਕਸ ਬਾਹਰ ਚਲਾ ਗਿਆ, ਤਾਂ ਇੱਥੇ ਕੀ ਆ ਗਿਆ, ਡਬਲ ਬੌਂਡ ਆ ਗਿਆ, ਤਾਂ ਆਪਣੇ ਕੋਲ ਆ ਪ੍ਰੋਡਕਟ ਬਣ ਗਿਆ। ਹੁਣ ਇਹ ਰਿਐਕਸ਼ਨ ਕੀ ਹੈ, ਐਲੀਮੀਨੇਸ਼ਨ ਦੀ। ਲੇਕਿਨ ਆਪਾਂ ਕਿਹਦੀ ਪੜ੍ਹਨੀਆਂ ਨੇ, ਨਿਊਕਲੀਓਫਿਲਿਕ ਸਬਸਟੀਟਿਊਸ਼ਨ ਰਿਐਕਸ਼ਨ ਪੜ੍ਹਨੀਆਂ ਨੇ। ਤੇ ਇਹ ਸਬਸਟੀਟਿਊਸ਼ਨ ਰਿਐਕਸ਼ਨ ਵੀ ਦੋ ਤਰ੍ਹਾਂ ਦੀ ਹੁੰਦੀ ਹੈ, ਇਲੈਕਟ੍ਰੋਫਿਲਿਕ ਤੇ ਨਿਊਕਲੀਓਫਿਲਿਕ। ਪਰ ਜਿਹੜੇ ਅਲਕਾਈਲ ਹੈਲਾਈਡ ਕਿਹੜੀ ਦਿੰਦੇ ਨੇ, ਨਿਊਕਲੀਓਫਿਲਿਕ ਸਬਸਟੀਟਿਊਸ਼ਨ ਰਿਐਕਸ਼ਨ। ਹੁਣ ਹੈਲਾਈਡਾਈਨਸ ਕੀ ਹੁੰਦੇ ਨੇ, ਜਿਵੇਂ F ਨੈਗੇਟਿਵ, Cl ਨੈਗੇਟਿਵ, Br ਨੈਗੇਟਿਵ, I ਨੈਗੇਟਿਵ। ਹੁਣ ਇਹ ਅਲਕਾਈਲ ਹੈਲਾਈਡਸ, ਡਿਫਰੈਂਟ ਅਲਕਾਈਲ ਹੈਲਾਈਡ ਦੀ ਕੀ ਹੈ, ਐਗਜ਼ਾਮਪਲਸ ਨੇ, ਜਿਵੇਂ ਅਲਕਾਈਲ ਫਲੋਰਾਈਡ, ਅਲਕਾਈਲ ਕਲੋਰਾਈਡ, ਅਲਕਾਈਲ ਬ੍ਰੋਮਾਈਡ, ਅਲਕਾਈਲ ਹੈਲਾਈਡ, ਹੁਣ ਆਇਓਡਾਈਡ, ਸੌਰੀ। ਠੀਕ ਹੈ। ਹੁਣ ਇਹ ਸਾਰੇ ਕੀ ਦਿੰਦੇ ਨੇ, ਈਜ਼ੀਲੀ ਸਬਸਟੀਟਿਊਸ਼ਨ ਰਿਐਕਸ਼ਨ ਦਿੰਦੇ ਨੇ। ਕਿਉਂ ਦਿੰਦੇ ਨੇ, ਕਿਉਂਕਿ ਹੁਣ ਕੀ ਹੈ, ਹੈਲਾਈਡਾਈਨ ਇਹਦੇ ਵਿੱਚ ਕੀ ਹੈ, ਬਾਹਰ ਜਾ ਰਿਹਾ, ਐਕਸ ਨੈਗੇਟਿਵ ਮਤਲਬ ਹੈਲਾਈਡਾਈਨ ਕੀ ਹੈ, ਜਿਵੇਂ F ਨੈਗੇਟਿਵ, Cl ਨੈਗੇਟਿਵ, ਇਹ ਬਾਹਰ ਜਾਂਦੇ ਨੇ। ਹੁਣ ਜਿਹੜੇ ਕੀ ਹੈਲੋਜਨਸ ਨੇ, ਉਹ ਦੇ ਕੈਨ ਈਜ਼ੀਲੀ ਬੀਅਰ ਕੀ ਹੈ, ਨੈਗੇਟਿਵ ਚਾਰਜ ਨੂੰ ਬੀਅਰ ਕਰ ਸਕਦੇ ਹਨ, ਬਿਕੋਜ਼ ਦੇ ਆਰ ਇਲੈਕਟ੍ਰੋਨੈਗੇਟਿਵ। ਇਸ ਕਰਕੇ ਦੇ ਆਰ ਗੁੱਡ ਲਿਵਿੰਗ ਗਰੁੱਪ, ਈਜ਼ੀਲੀ ਕੀ ਹੋ ਜਾਂਦੇ ਨੇ, ਬਾਹਰ ਚਲੇ ਜਾਂਦੇ ਨੇ। ਤਾਂ ਈਜ਼ੀਲੀ ਕੀ ਦਿੰਦੇ ਨੇ, ਇਹ ਸਬਸਟੀਟਿਊਸ਼ਨ ਰਿਐਕਸ਼ਨ ਦਿੰਦੇ ਨੇ। ਹੁਣ ਜਿਹੜੀ ਇਹ ਸਬਸਟੀਟਿਊਸ਼ਨ ਰਿਐਕਸ਼ਨ ਦਿੰਦੇ ਨੇ, ਉਹ ਦੋ ਤਰੀਕੇ ਨਾਲ ਦੇ ਸਕਦੇ ਨੇ, SN1 ਮੈਕੈਨਿਜ਼ਮ ਤੇ SN2 ਮੈਕੈਨਿਜ਼ਮ। ਹੁਣ ਆਪਾਂ ਇਹਨਾਂ ਦੀ ਡਿਟੇਲ ਸਟੱਡੀ ਪੜਾਂਗੇ। ਤਾਂ ਫਸਟ ਇਜ਼ SN2 mechanism।
ਜਿਵੇਂ ਹੁਣ ਆ ਇੱਕ ਰਿਐਕਸ਼ਨ ਦੇਖੋ, ਹੁਣ ਇਹਦੇ ਵਿੱਚ ਆਪਾਂ ਨੇ ਕੀ ਦਿੱਤਾ, ਇੱਕ ਅਲਕਾਈਲ ਹੈਲਾਈਡ ਹੈ, ਠੀਕ ਹੈ। ਹੁਣ ਇੱਥੇ ਇਹਨੂੰ ਕੀ ਹੈ, ਰਿਐਕਟੈਂਟ ਨੂੰ ਆਪਾਂ ਨੇ ਕੀ ਨਾਮ ਦਿੱਤਾ 1, ਠੀਕ ਹੈ। ਹੁਣ ਇਹ OH ਨੈਗੇਟਿਵ ਕੀ ਹੈ, ਇਨਕਮਿੰਗ ਨਿਊਕਲੀਓਫਾਈਲ, ਮਤਲਬ ਜਿਹਨੇ ਇਹਦੇ ਉੱਪਰ ਕੀ ਕਰਨਾ ਹੈ, ਅਟੈਕ ਕਰਨਾ ਹੈ ਤੇ ਇਹਦੀ ਪੋਜੀਸ਼ਨ ਤੇ ਆਉਣਾ ਹੈ, ਠੀਕ ਹੈ। ਇਹਨੂੰ ਆਪਾਂ 2 ਦੇਤਾ, ਠੀਕ ਹੈ। ਤਾਂ ਇਹਦੀ ਜਗ੍ਹਾ ਤੇ Br ਦੀ ਜਗ੍ਹਾ ਤੇ ਕੀ ਆ ਗਿਆ, ਹਾਈਡਰੋਕਸਿਲ ਗਰੁੱਪ ਆ ਗਿਆ, ਤਾਂ ਆਪਣੇ ਕੋਲ ਆ ਪ੍ਰੋਡਕਟ ਬਣ ਗਿਆ ਮਿਥਨੋਲ ਬਣ ਗਿਆ। ਤੇ Br ਨੈਗੇਟਿਵ ਕੀ ਹੈ, ਗੁੱਡ ਲਿਵਿੰਗ ਗਰੁੱਪ, ਐਜ਼ ਕੀ ਹੋ ਗਿਆ, ਲਿਵਿੰਗ ਗਰੁੱਪ ਬਾਹਰ ਚਲਾ ਗਿਆ। ਜਦੋਂ ਆਪਾਂ ਇਸ ਰਿਐਕਸ਼ਨ ਦੀ ਸਟੱਡੀ ਕੀਤੀ, ਰੇਟ ਆਪਾਂ ਨੇ ਦੇਖਿਆ, ਜਦੋਂ ਆਪਾਂ ਨੇ ਫਸਟ ਦੀ ਕੰਸਨਟ੍ਰੇਸ਼ਨ ਇੰਕਰੀਜ਼ ਕੀਤੀ ਤਾਂ ਰੇਟ ਕੀ ਹੋ ਗਿਆ, ਡਬਲ ਹੋ ਗਿਆ। ਹੁਣ ਰੇਟ ਬਾਰੇ ਆਪਾਂ ਕੈਮੀਕਲ ਕਾਇਨੈਟਿਕਸ ਪੂਰਾ ਪੜ੍ਹ ਚੁੱਕੇ ਹਾਂ, ਠੀਕ ਹੈ। ਹੁਣ ਸੈਕਿੰਡ ਜਦੋਂ ਆਪਾਂ ਨੇ ਇਹਨੂੰ ਕੰਸਨਟ੍ਰੇਸ਼ਨ ਨੂੰ ਕੀ ਰੱਖਿਆ, ਕਾਂਸਟੈਂਟ ਰੱਖਿਆ, ਤੇ ਆਪਾਂ ਨੇ ਜਿਹੜਾ ਇਨਕਮਿੰਗ ਨਿਊਕਲੀਓਫਾਈਲ ਦੈਟ ਇਜ਼ ਇਸ ਕੇਸ 'ਚ ਕੀ ਹੈ, ਹਾਈਡਰੋਕਸਾਈਡ ਆਇਨ, ਇਹਦੀ ਕੰਸਨਟ੍ਰੇਸ਼ਨ ਡਬਲ ਕਰਤੀ ਤਾਂ ਜਿਹੜਾ ਰੇਟ ਹੈ ਉਹ ਵੀ ਕੀ ਹੋ ਗਿਆ, ਡਬਲ ਹੋ ਗਿਆ, ਠੀਕ ਹੈ। ਤੇ ਜਦੋਂ ਆਪਾਂ ਨੇ 1 ਐਂਡ 2 ਮਤਲਬ ਕਿ ਆ ਸਬਸਟ੍ਰੇਟ ਦੈਟ ਇਜ਼ ਅਲਕਾਈਲ ਹੈਲਾਈਡ ਤੇ ਇਨਕਮਿੰਗ ਨਿਊਕਲੀਓਫਾਈਲ ਦੋਨਾਂ ਦੀ ਕੰਸਨਟ੍ਰੇਸ਼ਨ ਨੂੰ ਡਬਲ ਕਰਤਾ ਤਾਂ ਰੇਟ ਕੀ ਹੋ ਗਿਆ, 4 ਟਾਈਮਸ ਹੋ ਗਿਆ, ਕੁਆਡਰਪਸ ਮਤਲਬ 4 ਟਾਈਮਸ। ਤਾਂ ਇੱਥੋਂ ਆਪਾਂ ਨੂੰ ਪਤਾ ਲੱਗਿਆ ਕਿ ਹੁਣ ਜਿਹੜੀ ਇਸ ਰਿਐਕਸ਼ਨ ਦੇ ਵਿੱਚ ਜਿਹੜਾ ਰੇਟ ਹੈ ਉਹ ਕਿਹਦੇ ਉੱਪਰ ਡਿਪੈਂਡ ਕਰ ਰਿਹਾ ਹੈ, ਉਹ ਬ੍ਰੋਮੋਮੀਥੇਨ ਦੀ ਕੰਸਨਟ੍ਰੇਸ਼ਨ ਤੇ ਵੀ ਡਿਪੈਂਡ ਕਰ ਰਿਹਾ ਤੇ ਹਾਈਡਰੋਕਸਾਈਡ ਆਇਨ ਦੀ ਕੰਸਨਟ੍ਰੇਸ਼ਨ ਤੇ ਵੀ ਡਿਪੈਂਡ ਕਰ ਰਿਹਾ। ਤਾਂ ਰੇਟ ਨੂੰ ਆਪਾਂ ਕਿਵੇਂ ਲਿਖ ਸਕਦੇ ਹਾਂ, ਰੇਟ ਇਕੁਅਲਸ ਟੂ K ਕੀ ਹੈ, ਕਾਂਸਟੈਂਟ ਹੈ, ਕਿ ਕਿਹਦੇ ਉੱਪਰ ਡਾਇਰੈਕਟਲੀ ਪ੍ਰਪੋਰਸ਼ਨਲ ਹੈ, ਬ੍ਰੋਮੋਮੀਥੇਨ ਦੀ ਕੰਸਨਟ੍ਰੇਸ਼ਨ ਦੇ ਤੇ ਉੱਪਰ ਵੀ ਤੇ ਹਾਈਡਰੋਕਸਾਈਡ ਦੀ ਕੰਸਨਟ੍ਰੇਸ਼ਨ ਦੇ ਉੱਪਰ ਵੀ, ਠੀਕ ਹੈ। ਤਾਂ ਮਤਲਬ ਇਹ ਕਿਹਦੀ ਐਗਜ਼ਾਮਪਲ, SN2। ਹੁਣ SN2 ਦਾ ਮਤਲਬ ਕਿ S stands for substitution, N stand for nucleophilic, ਮਤਲਬ ਨਿਊਕਲੀਓਫਾਈਲ ਦੀ ਜਗ੍ਹਾ ਤੇ ਦੂਸਰਾ ਨਿਊਕਲੀਓਫਾਈਲ ਆ ਰਿਹਾ ਹੈ, ਠੀਕ ਹੈ। ਤੇ 2 stands for ਬਾਈਮੋਲੀਕੂਲਰ। ਬਾਈਮੋਲੀਕੂਲਰ ਆਪਾਂ ਨੂੰ ਇੱਥੋਂ ਕਲੀਅਰ ਹੋ ਗਿਆ ਕਿ ਮਤਲਬ ਜਿਹੜਾ ਰੇਟ ਹੈ ਕਿ ਆਪਾਂ ਨੂੰ ਬਾਈਮੋਲੀਕੂਲਰ ਮਤਲਬ ਇਹ ਰੇਟ ਕਾਇਨੈਟਿਕਸ ਬਾਰੇ ਦੱਸਦਾ ਹੈ ਕਿ ਜਿਹੜੀ ਰੇਟ ਆਫ ਦਾ ਰਿਐਕਸ਼ਨ ਹੈ ਉਹ ਇੱਕ ਕੰਸਨਟ੍ਰੇਸ਼ਨ, ਇੱਕ ਰਿਐਕਟੈਂਟ ਦੀ ਕੰਸਨਟ੍ਰੇਸ਼ਨ ਤੇ ਡਿਪੈਂਡ ਕਰਦਾ ਹੈ ਜਾਂ 2 ਤੇ ਜਾਂ 3 ਤੇ ਡਿਪੈਂਡ ਕਰਦਾ। ਹੁਣ ਇਸ ਕੇਸ ਦੇ ਵਿੱਚ ਕਿਤੇ ਡਿਪੈਂਡ ਕਰ ਰਿਹਾ, 2 ਦੀ ਕੰਸਨਟ੍ਰੇਸ਼ਨ ਤੇ, ਠੀਕ ਹੈ। ਮਤਲਬ ਕਿ ਅਲਕਾਈਲ ਹੈਲਾਈਡ ਦੀ ਕੰਸਨਟ੍ਰੇਸ਼ਨ ਤੇ ਵੀ ਡਿਪੈਂਡ ਕਰਦਾ ਤੇ ਇਨਕਮਿੰਗ ਨਿਊਕਲੀਓਫਾਈਲ ਦੀ ਕੰਸਨਟ੍ਰੇਸ਼ਨ ਤੇ ਵੀ ਡਿਪੈਂਡ ਕਰ ਰਿਹਾ, ਇਸ ਕਰਕੇ ਇਹ ਕੀ ਹੈ, ਬਾਈਮੋਲੀਕੂਲਰ ਰਿਐਕਸ਼ਨ ਹੈ। ਤਾਂ ਮਤਲਬ ਇਹ ਕਿਹਦੀ ਐਗਜ਼ਾਮਪਲ ਹੈ, SN2 ਮੈਕੈਨਿਜ਼ਮ ਦੀ ਐਗਜ਼ਾਮਪਲ ਹੈ। ਹੁਣ ਨੈਕਸਟ ਕਿ ਜਿਹੜਾ SN2 ਮੈਕੈਨਿਜ਼ਮ ਦੇ ਵਿੱਚ ਹੁੰਦਾ ਕੀ ਹੈ। ਹੁਣ SN2 ਮੈਕੈਨਿਜ਼ਮ 'ਚ ਆਪਾਂ ਹੁਣੇ ਪੜ੍ਹਿਆ ਕਿ ਜਿਹੜਾ ਰੇਟ ਹੈ ਉਹ ਕਿਹਦੇ ਉੱਪਰ ਡਿਪੈਂਡ ਕਰਦਾ, ਦੋਨੋਂ ਰਿਐਕਟੈਂਟ ਦੀ ਕੰਸਨਟ੍ਰੇਸ਼ਨ ਤੇ ਕੀ ਕਰਦਾ, ਡਿਪੈਂਡ ਕਰਦਾ। ਹੁਣ ਦੋਨੋਂ ਰਿਐਕਟੈਂਟ ਕੀ ਹੈ, ਅਲਕਾਈਲ ਹੈਲਾਈਡ ਐਜ਼ ਵੈਲ ਐਜ਼ ਹਾਈਡਰੋਕਸਾਈਡ ਆਇਨ ਦੈਟ ਇਜ਼ ਦੀ ਇਨਕਮਿੰਗ ਨਿਊਕਲੀਓਫਾਈਲ। ਹੁਣ ਜਦੋਂ ਆਪਾਂ ਨੇ ਕੀ ਕੀਤਾ ਕਿ ਇਹਦਾ ਮੈਕੈਨਿਜ਼ਮ ਕਰਨ ਤੋਂ ਪਹਿਲਾਂ ਜਦੋਂ ਆਪਾਂ ਨੇ ਦੇਖਿਆ, ਹੁਣੇ ਪਤਾ ਹੈ ਕਾਰਬਨ ਇਸ ਟੈਟਰਾਵੇਲੈਂਟ 4 ਬੌਂਡ ਬਣਾਉਂਦੀ ਹੈ। ਹੁਣ ਜਦੋਂ ਆਪਾਂ ਨੇ ਦੇਖਿਆ ਕਿ ਕਾਰਬਨ ਦੇ ਤਿੰਨੋਂ ਜਦੋਂ ਬੌਂਡ ਕੀ ਸੀ, ਹਾਈਡਰੋਜਨ ਸੀ, ਤਾਂ ਰੇਟ ਕੀ ਸੀਗਾ ਇਸ ਕੇਸ ਦੇ ਵਿੱਚ 1200, ਠੀਕ ਹੈ। ਜਦੋਂ ਆਪਾਂ ਨੇ ਹਾਈਡਰੋਜਨ ਨੂੰ ਰਿਪਲੇਸ ਕਰਤਾ ਮਿਥਾਈਲ ਨਾਲ ਤਾਂ ਰੇਟ ਕੀ ਹੋ ਗਿਆ, ਘਟ ਗਿਆ, ਕਿੰਨਾ ਹੋ ਗਿਆ, 40 ਹੋ ਗਿਆ, ਠੀਕ ਹੈ। ਫਿਰ ਜਦੋਂ ਆਪਾਂ ਨੇ ਇੱਕ ਹਾਈਡਰੋਜਨ ਦੀ ਜਗ੍ਹਾ ਹੋਰ ਮਿਥਾਈਲ ਗਰੁੱਪ ਲਗਾਤਾ, ਮਤਲਬ ਬਲਕੀਅਰ ਗਰੁੱਪ ਲਗਾਤਾ ਤਾਂ ਰੇਟ ਕੀ ਹੋ ਗਿਆ, ਹੋਰ ਘਟ ਗਿਆ, ਠੀਕ ਹੈ, 1 ਹੋ ਗਿਆ। ਜਦੋਂ ਆਪਾਂ ਨੇ ਤਿੰਨਾਂ ਨੂੰ ਹੀ ਕੀ ਕਰਤਾ, ਆਪਾਂ ਨੇ ਰਿਪਲੇਸ ਕਰਤਾ ਹਾਈਡਰੋਜਨ ਨੂੰ ਵਿਦ ਮਿਥਾਈਲ ਗਰੁੱਪਸ ਤਾਂ ਰੇਟ ਆਲਮੋਸਟ ਕੀ ਹੋ ਗਿਆ, ਨਿਗਲੀਜੀਬਲ, ਮਤਲਬ 0 ਹੋ ਗਿਆ। ਤਾਂ ਹੁਣ ਇੱਥੋਂ ਆਪਾਂ ਨੂੰ ਕੀ ਪਤਾ ਲੱਗ ਰਿਹਾ ਹੈ ਕਿ ਜਿਵੇਂ ਜਿਵੇਂ ਜਿਹੜਾ ਬਲਕੀਨੈਸ ਹੈ, ਜਿਹੜਾ ਉਰੇ ਗਰੁੱਪ ਹੈ, ਠੀਕ ਹੈ, ਉਰੇ ਬਲਕੀ ਹੋ ਰਿਹਾ, ਬਲਕੀਅਰ ਹੋ ਰਿਹਾ, ਮਤਲਬ ਉਹਦਾ ਸਾਈਜ਼ ਕੀ ਹੋ ਰਿਹਾ, ਇਨਕਰੀਜ਼ ਹੋ ਰਿਹਾ, ਤਾਂ ਰੇਟ ਕੀ ਹੋ ਰਿਹਾ, ਡਿਕਰੀਜ਼ ਹੋ ਰਿਹਾ, ਠੀਕ ਹੈ। ਹੁਣ ਇਹਦੇ ਵਿੱਚ ਕੀ ਹੋਊਗਾ, ਦੂਸਰਾ ਆਪਾਂ ਨੂੰ ਇਸ ਤੋਂ ਕੀ ਪਤਾ ਲੱਗੂਗਾ ਕਿ ਇੱਥੇ ਅਗਰ ਕੀ ਲੱਗਿਆ ਹੋਇਆ ਆਪਾਂ ਨੂੰ, ਇੱਥੇ ਮਤਲਬ ਕਾਰਬਨ ਕੀ ਹੈ, ਕਾਇਰਲ ਹੈ, ਏਸਿਮੈਟ੍ਰਿਕ ਮਤਲਬ ਕਾਇਰਲ ਕਾਰਬਨ ਹੈ, ਠੀਕ ਹੈ। ਜਦੋਂ ਆਪਾਂ ਇੱਥੇ ਕੀ ਹੋਊਗਾ, ਆਪਣੇ ਕੋਲ ਸਿਰਫ ਇੱਕੋ ਹੀ ਸਟੀਰਿਓਆਈਸੋਮਰ ਬਣੇਗਾ। ਅੱਗੇ ਆਪਾਂ ਨੈਕਸਟ ਸਲਾਈਡ ਦੇ ਵਿੱਚ ਦੇਖਾਂਗੇ, ਆਪਣੇ ਕੋਲ ਇੱਕੋ ਹੀ ਸਟੀਰਿਓਆਈਸੋਮਰ ਬਣਦਾ ਇਨ ਕੇਸ ਆਫ SN2 ਮੈਕੈਨਿਜ਼ਮ। ਹੁਣ ਰਾਜੇ ਇਸ 'ਚ ਦੇਖੋ ਕਿ ਹੁਣ ਆਪਾਂ ਨੇ ਕਿਹਾ ਸੀ ਕਿ ਇਸ ਦੇ ਵਿੱਚ ਕੀ ਹੁੰਦਾ, ਅਗਰ ਕਾਇਰਲ ਕਾਰਬਨ ਹੋਵੇ ਤਾਂ ਇੱਕੋ ਹੀ ਪ੍ਰੋਡਕਟ ਬਣਦਾ। ਹੁਣ ਇਸ ਮੈਕੈਨਿਜ਼ਮ ਤੋਂ ਤੁਹਾਨੂੰ ਕਲੀਅਰ ਹੋ ਜਾਏਗਾ। ਤਾਂ ਹੁਈਜ਼ ਐਂਡ ਇਲਗੋਡ ਨੇ ਮੈਕੈਨਿਜ਼ਮ ਦਿੱਤਾ ਸੀ। ਹੁਣ ਇਹ ਮੈਕੈਨਿਜ਼ਮ ਦੇਖੋ ਇੱਕੋ ਸਟੈਪ 'ਚ ਹੋ ਰਿਹਾ, ਦੈਟ ਇਜ਼ SN2 ਦਾ ਜਿਹੜਾ ਮੈਕੈਨਿਜ਼ਮ ਹੈ ਉਹ ਕੀ ਹੈ, ਸਿੰਗਲ ਸਟੈਪ ਹੈ। ਇਹਨੂੰ ਸਿੰਗਲ ਸਟੈਪ ਨੂੰ ਆਪਾਂ ਹੋਰ ਕੀ ਬੋਲਦੇ ਹਾਂ, ਕੰਸਰਟਿਡ ਮੈਕੈਨਿਜ਼ਮ। ਹੁਣ ਇਸ 'ਚ ਦੇਖੋ ਜਿਹੜਾ ਨਿਊਕਲੀਓਫਾਈਲ ਹੈ ਉਹ ਕੀ ਕਰ ਰਿਹਾ, ਬੈਕ ਸਾਈਡ ਤੋਂ ਅਟੈਕ ਕਰ ਰਿਹਾ। ਹੁਣ ਸਿਰਫ ਬੈਕ ਸਾਈਡ ਤੋਂ ਹੀ ਅਟੈਕ ਪੋਸੀਬਲ ਹੈ।
ਹੁਣ ਫਰੰਟ ਸਾਈਡ ਤੋਂ ਅਟੈਕ ਕਿਉਂ ਨਹੀਂ ਪੋਸੀਬਲ, ਅਗਰ OH ਨੈਗੇਟਿਵ ਇਸ ਸਾਈਡ ਤੋਂ ਅਟੈਕ ਕਰੇਗਾ, ਠੀਕ ਹੈ। ਹੁਣ ਇੱਧਰ ਕੀ ਲੱਗਿਆ ਹੋਇਆ ਹੈ, ਨਿਊਕਲੀਓਫਾਈਲ ਪਹਿਲਾਂ ਹੀ ਲੱਗਿਆ ਹੋਇਆ ਹੈ, ਹੁਣ ਇਹਦੇ ਉੱਪਰ ਵੀ ਨੈਗੇਟਿਵ ਚਾਰਜ ਹੈ ਤੇ OH ਨੈਗੇਟਿਵ ਦੇ ਉੱਪਰ ਵੀ ਕੀ ਹੋਊਗਾ, ਨੈਗੇਟਿਵ ਚਾਰਜ ਹੈ। ਨੈਗੇਟਿਵ ਦੇ ਵਿੱਚ ਰਿਪਲਸ਼ਨ ਹੋਣਗੇ ਤਾਂ ਅਟੈਕ ਇਜ਼ ਨਾਟ ਪੋਸੀਬਲ। ਇਸ ਕਰਕੇ ਹੁਣ ਸਿਰਫ ਅਟੈਕ ਕਿੱਧਰੋਂ ਪੋਸੀਬਲ ਹੈ, ਰੀਅਰ ਸਾਈਡ ਜਾਂ ਆਪਾਂ ਕੀ ਬੋਲ ਸਕਦੇ ਹਾਂ, ਬੈਕ ਸਾਈਡ ਤੋਂ। ਤਾਂ ਹੁਣ ਜਦੋਂ ਇਹ ਬੈਕ ਸਾਈਡ ਤੋਂ ਸਿਰਫ ਇੱਕ ਸਾਈਡ ਤੋਂ ਅਟੈਕ ਪੋਸੀਬਲ ਹੈ ਤਾਂ ਪ੍ਰੋਡਕਟ ਸਿਰਫ ਆਪਣੇ ਕੋਲ ਕੀ ਬਣਦਾ, ਇੱਕੋ ਹੀ ਪ੍ਰੋਡਕਟ ਬਣਦਾ, ਠੀਕ ਹੈ। ਹੁਣ ਇਸ 'ਚ ਦੇਖੋ, ਜਦੋਂ ਇੱਕ ਹੋਰ ਚੀਜ਼ ਦੇਖੋ, ਹੁਣ ਇੱਥੇ ਪਹਿਲਾਂ OH ਨੈਗੇਟਿਵ ਇਹਨਾਂ ਬੌਂਡ ਬਣਾਏਗਾ ਤਾਂ Br ਨੈਗੇਟਿਵ ਕੀ ਹੋਊਗਾ, ਬਾਹਰ ਜਾਏਗਾ। ਹੁਣ ਇਸ 'ਚ ਸਭ ਤੋਂ ਪਹਿਲਾਂ ਕੀ ਬਣੇਗੀ, ਟ੍ਰਾਂਜੀਸ਼ਨ ਸਟੇਟ ਬਣੇਗੀ। ਹੁਣ ਇਹ ਜਿਹੜੀ ਟ੍ਰਾਂਜੀਸ਼ਨ ਸਟੇਟ ਹੈ, ਇਸ 'ਚ ਦੇਖੋ ਜਿਹੜੀ ਬੌਂਡ ਮੇਕਿੰਗ ਹੈ ਤੇ ਬੌਂਡ ਬ੍ਰੇਕਿੰਗ ਇੱਕੋ ਹੀ ਸਟੈਪ 'ਚ ਹੋ ਰਹੀ ਹੈ। ਹੁਣ ਇਸ 'ਚ ਦੇਖੋ, ਕਾਰਬਨ ਨੇ ਟੋਟਲ ਕਿੰਨੇ ਬੌਂਡ ਬਣਾਏ ਹੋਏ ਨੇ, 5 ਬੌਂਡ ਬਣਾਏ ਹੋਏ ਨੇ, ਲੇਕਿਨ ਕਾਰਬਨ ਕਿੰਨੇ ਮੈਕਸਿਮਮ ਬਣਾ ਸਕਦਾ ਹੈ, 4। ਇਸ ਕਰਕੇ ਟ੍ਰਾਂਜੀਸ਼ਨ ਸਟੇਟ ਕੀ ਹੈ, ਅਨਸਟੇਬਲ ਹੈ। ਜਿਵੇਂ ਹੀ ਬਣਦੀ ਹੈ ਕਿਸ 'ਚ ਕਨਵਰਟ ਹੋ ਜਾਂਦੀ ਹੈ, ਸਬਸਟੀਟਿਊਟਿਡ ਪ੍ਰੋਡਕਟ 'ਚ, ਤੇ ਲਿਵਿੰਗ ਗਰੁੱਪ ਕੀ ਹੋ ਜਾਂਦਾ ਹੈ, ਬਾਹਰ ਚਲਾ ਜਾਂਦਾ ਹੈ, ਠੀਕ ਹੈ। ਤਾਂ ਹੁਣ ਇਹ ਕੀ ਹੈ, SN2 ਦਾ ਮੈਕੈਨਿਜ਼ਮ ਹੈ। ਹੁਣ ਇਸ ਦੇ ਵਿੱਚ ਦੇਖੋ, ਟ੍ਰਾਂਜੀਸ਼ਨ ਸਟੇਟ ਦੇ ਵਿੱਚ ਦੇਖੋ, ਜਿਵੇਂ ਜਿਵੇਂ ਹੁਣ ਇੱਥੇ ਕੀ ਸੀ, ਹਾਈਡਰੋਜਨ ਸੀ, ਹੁਣ ਇੱਥੇ ਕੀ 5 ਬੌਂਡ ਨੇ ਨਾ, ਠੀਕ ਹੈ। ਜਿਵੇਂ ਜਿਵੇਂ ਇੱਥੇ ਗਰੁੱਪ ਕੀ ਹੋਈ ਜਾਣਗੇ, ਬਲਕੀਅਰ ਹੋਈ ਜਾਣਗੇ, ਤਾਂ ਸਟੈਰਿਕ ਹਿੰਡਰੈਂਸ ਕੀ ਹੋਈ ਜਾਊਗੀ, ਗਰੁੱਪਸ ਦੇ ਵਿੱਚ ਇੰਕਰੀਜ਼ ਹੋਈ ਜਾਏਗੀ ਤੇ ਅਟੈਕ ਕੀ ਹੋ ਜਾਊਗਾ। ਜਿਵੇਂ ਹੁਣ ਇੱਥੇ OH ਨੈਗੇਟਿਵ ਈਜ਼ੀਲੀ ਅਟੈਕ ਕਰ ਰਿਹਾ ਕਿਉਂਕਿ ਸਮਾਲ ਗਰੁੱਪਸ ਨੇ, ਜਿਵੇਂ ਜਿਵੇਂ ਉਹਦੇ ਗਰੁੱਪ ਕੀ ਹੋਈ ਜਾਣਗੇ, ਵੱਡੇ ਹੋਈ ਜਾਣਗੇ, ਅਟੈਕ ਕੀ ਹੋ ਜਾਊਗਾ, ਘੱਟ ਪੋਸੀਬਲ ਹੈ। ਇਸ ਕਰਕੇ ਉਹ ਜਿਵੇਂ ਪਿਛਲੀ ਸਲਾਈਡ 'ਚ ਆਪਾਂ ਕਰਿਆ ਸੀ, ਜਿਵੇਂ ਜਿਵੇਂ ਉਹਦੇ ਬਲਕੀਅਰ ਗਰੁੱਪ ਸੀ ਤਾਂ ਰੇਟ ਕੀ ਹੋਈ ਜਾਂਦਾ ਸੀ, ਡਿਕਰੀਜ਼ ਹੋਈ ਜਾਂਦਾ ਸੀਗਾ, ਠੀਕ ਹੈ। ਦੂਸਰਾ, ਹੁਣ ਇਹਦੇ ਵਿੱਚ ਆਪਾਂ ਕਿਹਾ, ਜਦੋਂ ਵੀ ਆਪਾਂ ਇਸ ਦੀ ਕੰਸਨਟ੍ਰੇਸ਼ਨ ਜਾਂ ਇਸ ਦੀ ਕੰਸਨਟ੍ਰੇਸ਼ਨ ਇੰਕਰੀਜ਼ ਕਰਾਂਗੇ ਤਾਂ ਰੇਟ ਕੀ ਹੋ ਜਾਊਗਾ, ਹੋਰ ਜ਼ਿਆਦਾ ਇੰਕਰੀਜ਼ ਹੋ ਜਾਊਗਾ, ਮਤਲਬ ਅਟੈਕ ਕੀ ਹੋ ਜਾਊਗਾ, ਕੋਲੀਜਨ ਕੀ ਹੋ ਜਾਊਗੀ, ਜ਼ਿਆਦਾ ਹੋਏਗੀ, ਇਸ ਕਰਕੇ ਰੇਟ ਕੀ ਹੋ ਜਾਂਦਾ ਹੈ, ਇੰਕਰੀਜ਼ ਹੋ ਜਾਂਦਾ ਹੈ। ਹੁਣ ਇਹ ਕੀ ਸੀ, ਇਸ ਦਾ ਮਕੈਨਿਜ਼ਮ ਸੀਗਾ। ਹੁਣ ਨੈਕਸਟ ਦੇਖੋ, ਇਸ 'ਚ ਹੁਣ ਇਹ ਜਿਹੜਾ ਤੁਹਾਨੂੰ ਦੱਸਿਆ ਸੀਗਾ ਕਿ ਵਿਦ ਦਾ ਹੈਲਪ ਆਫ એનર્ਜੀ ਲੈਵਲ ਡਾਇਗਰਾਮ, ਕਿ ਜਿਵੇਂ ਜਿਵੇਂ ਉਹਦੇ ਬਲਕੀਅਰ ਗਰੁੱਪ ਨੇ ਤਾਂ ਜਿਹੜਾ ਰੇਟ ਹੈ ਉਹ ਕਿਉਂ ਕੀ ਹੁੰਦਾ, ਘਟਦਾ ਜਾਂਦਾ। ਹੁਣ ਜਿਵੇਂ ਇਹ ਦੇਖੋ, ਇਸ ਦੇ ਵਿੱਚ ਦੇਖੋ, ਜਦੋਂ ਸਾਰੇ ਕੀ ਸੀ, ਹਾਈਡਰੋਜਨ ਸੀਗੇ ਇਸ ਟ੍ਰਾਂਜੀਸ਼ਨ ਸਟੇਟ ਦੇ ਵਿੱਚ, ਠੀਕ ਹੈ। ਹੁਣ ਆਹ ਕੀ ਹੈ, ਇਹ ਰਿਐਕਟੈਂਟ ਸੀ, ਇੱਥੇ ਕੀ ਬਣੀ ਟ੍ਰਾਂਜੀਸ਼ਨ ਸਟੇਟ, ਆ ਕੀ ਬਣ ਗਏ, ਪ੍ਰੋਡਕਟ ਬਣ ਗਏ। ਹੁਣ ਰਿਐਕਟੈਂਟ ਡਾਇਰੈਕਟਲੀ ਪ੍ਰੋਡਕਟ 'ਚ ਕਨਵਰਟ ਨਹੀਂ ਹੁੰਦੇ, ਉਹਨਾਂ ਲਈ ਆਪਾਂ ਨੂੰ ਕੀ ਹੁੰਦੀ ਹੈ, ਇੱਕ એનર્ਜੀ ਚਾਹੀਦੀ ਹੁੰਦੀ ਹੈ, minimum amount of energy, that energy is called activation energy। ਹੁਣ ਇਸ 'ਚ ਐਕਟੀਵੇਸ਼ਨ એનર્ਜੀ ਦੀ ਵੈਲਿਊ ਦੇਖੋ, ਆਹ ਇੰਨੀ ਹੈ, ਠੀਕ ਹੈ। ਹੁਣ ਇਸ 'ਚ ਦੇਖੋ, ਜਿਵੇਂ ਜਿਵੇਂ ਆਪਾਂ ਕੀ ਹੈ, ਇੱਥੇ ਹਾਈਡਰੋਜਨ ਦੀ ਜਗ੍ਹਾ ਕੀ ਆ ਗਏ, ਬਲਕੀਅਰ ਗਰੁੱਪਸ ਆ ਗਏ। ਤਾਂ ਹੁਣ ਇੱਥੇ ਦੇਖੋ, ਜਿਹੜੀ ਟ੍ਰਾਂਜੀਸ਼ਨ ਸਟੇਟ ਦੀ ਜਿਹੜੀ એનર્ਜੀ ਦੇਖੋ ਕਿੰਨੀ ਹੋ ਗਈ, ਉਰੇ ਕੀ ਹੋ ਗਈ, ਇਹਨੂੰ ਆਪਾਂ ਕੀ ਮੰਨਿਆ ਸੀ, ΔG1, ਇੱਥੇ ਕੀ ਹੈ, ΔG2। ਹੁਣ ΔG2 ਤੁਹਾਨੂੰ ਦੇਖਣ 'ਚ ਪਤਾ ਲੱਗ ਰਿਹਾ, ΔG2 ਕੀ ਹੈ, ਜ਼ਿਆਦਾ ਹੈ, ਮਤਲਬ ਆਪਾਂ ਨੂੰ ਬਹੁਤ ਜ਼ਿਆਦਾ એનર્ਜੀ ਦੇਣੀ ਪਊਗੀ ਰਿਐਕਟੈਂਟਸ ਨੂੰ, ਫਿਰ ਉਹ ਤਾਂ ਹੀ ਕਿਸ 'ਚ ਕਨਵਰਟ ਹੋਊਗਾ, ਪ੍ਰੋਡਕਟਸ 'ਚ। ਹੁਣ ਅਗਰ ਤਾਂ ਐਕਟੀਵੇਸ਼ਨ એનર્ਜੀ ਕੀ ਹੁੰਦੀ ਹੈ, ਘੱਟ ਹੋਵੇ ਤਾਂ ਰੇਟ ਕੀ ਹੋਊਗਾ, ਈਜ਼ੀਲੀ ਰਿਐਕਟੈਂਟ ਪ੍ਰੋਡਕਟਸ 'ਚ ਕਨਵਰਟ ਹੋ ਜਾਣਗੇ, ਰੇਟ ਕੀ ਹੋਊਗਾ, ਫਾਸਟ ਹੋਊਗਾ। ਹੁਣ ਜਿਵੇਂ ਉਹ ਇੱਥੇ ਬਲਕੀਅਰ ਗਰੁੱਪ ਆ ਗਏ ਤਾਂ ਐਕਟੀਵੇਸ਼ਨ એનર્ਜੀ ਦੀ ਵੈਲਿਊ ਕੀ ਹੋਗੀ, ਇੰਕਰੀਜ਼ ਹੋਗੀ, ਤਾਂ ਰੇਟ ਕੀ ਹੋਊਗਾ, ਡਿਕਰੀਜ਼ ਹੋ ਜਾਊਗਾ। ਤਾਂ ਇਹੀ ਰੀਜ਼ਨ ਹੈ ਕਿ ਜਿਵੇਂ ਜਿਵੇਂ ਇੱਥੇ ਬਲਕੀਅਰ ਗਰੁੱਪਸ ਲੱਗੀ ਜਾਣਗੇ, ਐਕਟੀਵੇਸ਼ਨ એનર્ਜੀ ਇੰਕਰੀਜ਼ ਹੋਈ ਜਾਊਗੀ, ਐਕਟੀਵੇਸ਼ਨ એનર્ਜੀ ਇੰਕਰੀਜ਼ ਹੋਗੀ ਤਾਂ ਰੇਟ ਕੀ ਹੋ ਜਾਊਗਾ, ਡਿਕਰੀਜ਼ ਹੋ ਜਾਊਗਾ। ਔਰ ਵੀ ਕੈਨ ਸੇ ਕਿ ਐਕਟੀਵੇਸ਼ਨ એનર્ਜੀ ਤੇ ਰੇਟ ਕੀ ਨੇ, ਇੱਕ ਦੂਜੇ ਦੇ ਇਨਵਰਸਲੀ ਪ੍ਰਪੋਰਸ਼ਨਲ ਹੈ, ਅਗਰ ਇੱਕ ਘਟੂਗਾ ਤਾਂ ਦੂਜਾ ਕੀ ਹੋਊਗਾ, ਵਧੇਗਾ, ਠੀਕ ਹੈ। ਹੁਣ ਇਹਦੀ ਸਟੀਰੀਓਕੈਮਿਸਟਰੀ ਦੇਖੋ, ਵੈਸੇ ਮੈਂ ਤੁਹਾਨੂੰ ਦੱਸ ਵੀ ਚੁੱਕੀ ਹਾਂ ਕਿ ਹੁਣ ਸਿਰਫ ਇੱਕੋ ਹੀ ਬੈਕ ਸਾਈਡ ਤੇ ਕੀ ਹੈ, ਅਟੈਕ ਪੋਸੀਬਲ ਹੈ, ਠੀਕ ਹੈ। ਹੁਣ ਇਨ ਕੇਸ ਆਫ ਕਾਇਰਲ ਕੰਪਾਊਂਡਸ, ਮਤਲਬ ਆਪਟੀਕਲੀ ਐਕਟਿਵ ਕੰਪਾਊਂਡ, ਹੁਣ ਉਹ ਕੀ ਹੋ ਸਕਦੇ ਨੇ, ਪਲੱਸ ਹੋ ਸਕਦੇ ਨੇ, ਡੈਕਸਟਰੋ ਰੋਟੇਟਰੀ ਹੋ ਸਕਦਾ ਹੈ, ਠੀਕ ਹੈ, ਲੀਵੋ ਰੋਟੇਟਰੀ ਹੋ ਸਕਦਾ, ਜਾਂ RS ਆਪਾਂ ਬੋਲਦੇ ਹਾਂ। ਹੁਣ ਜਿਹੜੀ RS ਹੈ, ਇਹ ਆਪਣੇ ਵੀ ਇਹ ਕਿੱਦਾਂ ਕਰਦੇ ਆ, ਅਗਰ ਹਾਇਰ ਕਲਾਸਿਸ 'ਚ ਆਪਾਂ ਪੜਾਂਗੇ ਕਿ ਆਰ ਕੀ ਹੁੰਦਾ, ਇਹਦੇ ਵਿੱਚ ਮਤਲਬ ਕਿ ਇੱਕ ਇਹ ਵੀ ਜਿਵੇਂ ਪਲੱਸ ਡੈਕਸਟਰੋ ਰੋਟੇਟਰੀ ਹੈ ਤੇ ਲੀਵੋ ਰੋਟੇਟਰੀ ਹੈ, ਉਹਨੂੰ ਆਪਾਂ RS ਨਾਲ ਵੀ ਡੋਨੇਟ ਕਰਦੇ ਹਾਂ, ਠੀਕ ਹੈ। ਤਾਂ ਹੁਣ ਇਹਦੇ ਵਿੱਚ ਕੀ ਹੁੰਦਾ ਕਿ ਇਹ ਕੀ R ਆਈਸੋਮਰ ਹੈ, ਆਪਟੀਕਲ ਆਈਸੋਮਰ, ਠੀਕ ਹੈ। ਹੁਣ ਆਪਟੀਕਲ ਆਈਸੋਮਰ ਕਿਉਂ, ਕਿਉਂਕਿ 4 ਡਿਫਰੈਂਟ ਗਰੁੱਪ ਲੱਗੇ ਹੋਏ ਨੇ। ਹੁਣ ਇਹਦੇ ਵਿੱਚ OH ਨੈਗੇਟਿਵ ਹੈ, ਸਿਰਫ ਬੈਕ ਸਾਈਡ ਤੋਂ ਕੀ ਕਰ ਸਕਦਾ, ਅਟੈਕ ਪੋਸੀਬਲ ਹੈ, ਫਰੰਟ ਸਾਈਡ ਬਲੌਕ ਹੈ, ਠੀਕ ਹੈ। ਹੁਣ ਇੱਕੋ ਸਾਈਡ ਤੋਂ ਅਟੈਕ ਹੈ ਤਾਂ ਜਿਹੜੀ ਇਹਦੀ ਕਨਫੀਗਰੇਸ਼ਨ ਹੈ, ਇਸਦੀ ਜਿਹੜੀ R ਸੀ ਉਹ ਕੀ ਹੋਗੀ, ਹੁਣ ਇੱਥੋਂ ਕੀ ਚੇਂਜ ਹੋ ਜਾਏਗੀ, ਤਾਂ ਮਤਲਬ ਆਪਣੇ ਕੋਲ ਕੀ ਬਣ ਗਿਆ, S ਬਣ ਗਿਆ। ਤਾਂ ਮਤਲਬ ਕਿ ਇਹਦਾ ਕੀ ਬਣੇਗਾ, ਆਪਣੇ ਕੋਲ ਇੱਕੋ ਹੀ ਸਟੀਰੀਓ ਆਈਸੋਮਰ ਬਣੇਗਾ ਤੇ ਉਹ ਸਟੀਰੀਓ
ਆਈਸੋਮਰ ਦੀ ਜਿਹੜੀ ਕਨਫੀਗਰੇਸ਼ਨ ਹੋਏਗੀ ਰਿਐਕਟੈਂਟ ਦੀ ਕਨਫੀਗਰੇਸ਼ਨ ਨਾਲੋਂ ਕੀ ਹੋਊਗੀ ਰਿਵਰਸ ਹੋਏਗੀ। ਠੀਕ ਹੈ, ਮਤਲਬ ਕਿ ਅਗਰ ਆਪਾਂ R ਤੋਂ ਸਟਾਰਟ ਕੀਤਾ ਸੀ ਤਾਂ S ਬਣੇਗੀ, ਜਾਂ ਆਪਾਂ ਕਹਿ ਸਕਦੇ ਹਾਂ ਅਗਰ ਆਪਾਂ ਨੇ ਡੈਕਸਟਰੋ ਰੋਟੇਟਰੀ ਸਟਾਰਟ ਕੀਤਾ ਸੀ ਤਾਂ ਆਪਣੇ ਕੋਲ ਪ੍ਰੋਡਕਟ ਕੀ ਬਣੇਗਾ ਲੀਵੋ ਰੋਟੇਟਰੀ, ਜਾਂ ਅਗਰ ਆਪਾਂ ਲੀਵੋ ਰੋਟੇਟਰੀ ਤੋਂ ਸਟਾਰਟ ਕੀਤਾ ਸੀ ਤਾਂ ਪ੍ਰੋਡਕਟ ਕੀ ਬਣੇਗਾ ਡੈਕਸਟਰੋ ਰੋਟੇਟਰੀ, ਮਤਲਬ ਇਨਵਰਟਿਡ ਕਨਫੀਗਰੇਸ਼ਨ ਵਾਲਾ ਪ੍ਰੋਡਕਟ ਬਣੇਗਾ। ਇਹਨੂੰ ਆਪਾਂ ਕੀ ਬੋਲਦੇ ਹਾਂ ਇਨਵਰਜਨ ਆਫ ਕਨਫੀਗਰੇਸ਼ਨ। ਤਾਂ ਜਦੋਂ ਵੀ SN2 ਰਿਐਕਸ਼ਨ ਹੋਏਗੀ ਤਾਂ ਉਸਦੇ ਵਿੱਚ ਜਿਹੜਾ ਕੀ ਪ੍ਰੋਡਕਟ ਹੈ ਉਹਦੀ ਕਨਫੀਗਰੇਸ਼ਨ ਕੀ ਹੋਏਗੀ ਇਨਵਰਟ ਹੋਏਗੀ ਫਰੋਮ ਦੀ ਰਿਐਕਟੈਂਟ। ਇਹਨੂੰ ਆਪਾਂ ਹੋਰ ਕੀ ਬੋਲਦੇ ਹਾਂ ਵਾਲਡਨ ਇਨਵਰਜਨ। ਕਲੀਅਰ। ਨੈਕਸਟ ਰਾਜੇ ਦੇਖੋ ਆਪਾਂ ਨੇ ਕੀ ਕਰਨਾ ਹੈ ਕਿ ਕਿਹੜੇ ਕਿਹੜੇ ਫੈਕਟਰਸ ਨੇ ਜਿਹੜੇ ਕਿ SN2 ਰਿਐਕਸ਼ਨ ਨੂੰ ਕੀ ਕਰਦੇ ਨੇ ਉਹਦੇ ਰੇਟ ਨੂੰ ਅਫੈਕਟ ਕਰਦੇ ਨੇ। ਹੁਣ ਫਸਟ ਫੈਕਟਰ ਤਾਂ ਆਪਾਂ ਪਹਿਲਾਂ ਹੀ ਪੜ੍ਹ ਚੁੱਕੇ ਹਾਂ ਬਲਕੀਨੈਸ, ਕਿ ਅਗਰ ਜਿਵੇਂ ਜਿਵੇਂ ਉਰੇ R ਗਰੁੱਪ ਕੀ ਹੋਈ ਜਾਊਗਾ ਹਾਈਡਰੋਜਨ ਦੀ ਜਗ੍ਹਾ ਕੀ ਹੋਈ ਜਾਣਗੇ ਬਲਕੀਅਰ ਗਰੁੱਪ ਲੱਗੀ ਜਾਣਗੇ, ਰੇਟ ਕੀ ਹੋਈ ਜਾਊਗਾ ਡਿਕਰੀਜ਼ ਹੋਈ ਜਾਊਗਾ। ਹੁਣ ਆਪਾਂ ਨੇ એનર્ਜੀ ਲੈਵਲ ਡਾਇਗਰਾਮ ਨਾਲ ਵੀ ਉਹ ਕਲੀਅਰ ਕਰ ਲਿਆ ਵੀ ਐਵੇਂ ਕਿਉਂ ਹੁੰਦਾ। ਨੈਕਸਟ ਫੈਕਟਰ ਕੀ ਹੈ ਲਿਵਿੰਗ ਗਰੁੱਪ। ਹੁਣ ਲਿਵਿੰਗ ਗਰੁੱਪ ਹੈ ਅਗਰ ਤਾਂ ਗੁੱਡ ਲਿਵਿੰਗ ਗਰੁੱਪ ਹੈ ਉਹ ਕੀ ਹੋਊਗਾ ਈਜ਼ੀਲੀ ਬਾਹਰ ਚਲਾ ਜਾਊਗਾ ਤਾਂ ਰੇਟ ਕੀ ਹੋਊਗਾ ਵੱਧ ਕੀ ਹੋਊਗਾ ਫਾਸਟ ਹੋ ਰਿਐਕਸ਼ਨ ਕੀ ਹੋਊਗੀ ਫਾਸਟਲੀ ਹੋ ਜਾਏਗੀ। ਜਿਵੇਂ ਇਸ ਕੇਸ ਦੇ ਵਿੱਚੋਂ ਅਗਰ ਆਇਓਡਾਈਡ ਨੇ ਅਲਕਾਈਲ ਆਇਓਡਾਈਡ ਤਾਂ ਰੇਟ ਦੇਖੋ ਕਿੰਨਾ 30,000, ਫਿਰ ਬ੍ਰੋਮੀਨ ਨਾਲ 10,000, ਕਲੋਰੀਨ ਨਾਲ 200, F ਨਾਲ ਕੀ ਹੈ 1 ਹੈ। ਮਤਲਬ ਕਿ ਹੁਣ I ਨੈਗੇਟਿਵ ਦੀ ਠੀਕ ਹੈ ਐਜ਼ ਅ ਗੁੱਡ ਲਿਵਿੰਗ ਗਰੁੱਪ ਉਹਨੇ I ਨੈਗੇਟਿਵ ਬਾਹਰ ਜਾਣਾ ਹੈ। ਠੀਕ ਹੈ, ਮਤਲਬ ਜਿਹੜਾ I ਨੈਗੇਟਿਵ ਹੈ ਉਹਦੀ ਕਪੈਸਿਟੀ ਟੂ ਹੋਲਡ ਨੈਗੇਟਿਵ ਚਾਰਜ ਕੀ ਹੈ ਵੱਧ ਹੈ। ਠੀਕ ਹੈ, ਮਤਲਬ ਉਹਦੀ ਨਿਊਕਲੀਓਫਿਲਿਸਿਟੀ ਕੀ ਹੈ ਵੱਧ ਹੈ, ਮਤਲਬ ਕਿ ਬਾਹਰ ਜਾਣ ਦੀ क्षमता ਕੀ ਹੈ ਵੱਧ ਹੈ, ਇਸ ਕਰਕੇ ਉਹ ਕੀ ਹੈ ਗੁੱਡ ਨਿਊਕਲੀਓਫਾਈਲ ਹੈ। ਠੀਕ ਹੈ, ਹੁਣ ਆਪਾਂ ਕੀ ਕਹਿ ਸਕਦੇ ਹਾਂ ਇਨ ਜਨਰਲ ਕਿ ਅਗਰ ਕੋਈ ਸਟਰੋਂਗ ਬੇਸ ਹੈ ਉਹ ਕੀ ਹੁੰਦਾ ਬੈਟਰ ਨਿਊਕਲੀਓਫਾਈਲ ਹੁੰਦਾ। ਹੁਣ ਉਹ ਬੈਟਰ ਨਿਊਕਲੀਓਫਾਈਲ ਕਿਉਂ ਆ ਮੈਂ ਤੁਹਾਨੂੰ ਦੱਸ ਦਿੱਤਾ ਕਿ I ਦਾ ਸਾਈਜ਼ ਆਇਓਡਾਈਡ ਦਾ ਸਾਈਜ਼ ਕੀ ਹੁੰਦਾ ਵੱਡਾ ਹੁੰਦਾ। ਠੀਕ ਹੈ, ਉਹ ਨੈਗੇਟਿਵ ਚਾਰਜ ਨੂੰ ਈਜ਼ੀਲੀ ਕੀ ਕਰ ਸਕਦਾ ਅਕੋਮੋਡੇਟ ਕਰ ਸਕਦਾ। ਜਿਵੇਂ ਜਿਵੇਂ ਦੇਖੋ ਸਾਈਜ਼ ਕੀ ਹੁੰਦਾ ਡਿਕਰੀਜ਼ ਹੁੰਦਾ ਉਹਦੀ ਕਪੈਸਿਟੀ ਟੂ ਹੋਲਡ ਨੈਗੇਟਿਵ ਚਾਰਜ ਘਟਦੀ ਹੈ ਤਾਂ ਮਤਲਬ ਕਿ ਉਹਦੀ ਕਪੈਸਿਟੀ ਟੂ ਲੀਵ ਦਾ ਗਰੁੱਪ ਵੀ ਕੀ ਹੋਊਗੀ ਘਟੂਗੀ। ਤਾਂ ਮਤਲਬ ਆਇਓਡਾਈਡ ਨੈਗੇਟਿਵ ਕੀ ਹੈ ਸਟਰੋਂਗ ਕੀ ਹੈ ਗੁੱਡ ਲਿਵਿੰਗ ਗਰੁੱਪ ਹੈ ਤੇ F ਨੈਗੇਟਿਵ ਕੀ ਹੈ ਵੀਕ ਲਿਵਿੰਗ ਗਰੁੱਪ ਹੈ। ਤਾਂ ਅਗਰ ਅਲਕਾਈਲ ਫਲੋਰਾਈਡ ਕਰ ਰਹੇ ਹਾਂ ਤਾਂ ਰੇਟ ਕੀ ਹੋਊਗਾ ਘੱਟ ਹੋਊਗਾ, ਅਲਕਾਈਲ ਆਇਓਡਾਈਡ ਨਾਲ ਰੇਟ ਕੀ ਹੋਊਗਾ ਫਾਸਟ ਹੋਏਗਾ। ਨੈਕਸਟ ਹੁਣ ਇਹ ਐਗਜ਼ਾਮਪਲਸ ਨੇ SN2 ਰਿਐਕਸ਼ਨ ਦੀਆਂ। ਹੁਣ ਇੱਥੇ ਅਲਕਾਈਲ ਹੈਲਾਈਡ ਹੈ। ਠੀਕ ਹੈ, ਡਿਫਰੈਂਟ ਕੀ ਆਪਾਂ ਲਿੱਤੇ ਆ ਨਿਊਕਲੀਓਫਾਈਲਸ ਲਿੱਤੇ ਹੋਏ ਨੇ। ਹੁਣ ਡਿਫਰੈਂਟ ਨਿਊਕਲੀਓਫਾਈਲਸ ਨਾਲ ਆਪਣੇ ਕੋਲ ਕੀ ਬਣੇਗਾ ਡਿਫਰੈਂਟ ਸਬਸਟੀਟਿਊਟਿਡ ਪ੍ਰੋਡਕਟਸ ਬਣੇਗਾ। ਜਿਵੇਂ ਹੁਣ ਇਹ ਐਗਜ਼ਾਮਪਲ ਆਪਾਂ ਕਰ ਸਕਦੇ ਹਾਂ ਇੱਥੇ ਕੀ ਬਣੇਗਾ ਐਲਕੋਹਲਸ ਬਣੇਗਾ, ਅਗਰ SH ਨੈਗੇਟਿਵ ਅਟੈਕ ਕਰੇਗਾ ਤਾਂ ਥਾਇਓਲ ਬਣੇਗਾ, ON ਨੈਗੇਟਿਵ ਰਿਪਲੇਸ ਕਰੇਗਾ ਈਥਰਸ ਬਣਨਗੇ। ਠੀਕ ਹੈ, ਐਵੇਂ ਕੀ ਇਹ ਸਾਰੀਆਂ ਐਗਜ਼ਾਮਪਲਸ ਨੇ ਅਲਕਾਈਲ ਹੈਲਾਈਡਸ ਦੀਆਂ। ਠੀਕ ਹੈ, ਇਹ ਸੀਗਾ ਆਪਣਾ SN2 ਰਿਐਕਸ਼ਨ। ਹੁਣ ਨੈਕਸਟ ਆਪਾਂ ਨੇ ਪੜ੍ਹਨਾ ਹੈ SN1 ਮੈਕੈਨਿਜ਼ਮ। ਹੁਣ SN1 ਮੈਕੈਨਿਜ਼ਮ S ਸਟੈਂਡਸ ਫॉर ਸਬਸਟੀਟਿਊਸ਼ਨ, N ਮਤਲਬ ਨਿਊਕਲੀਓਫਿਲਿਕ, 1 ਮਤਲਬ ਯੂਨੀਮੋਲੀਕੂਲਰ। ਹੁਣ ਇਹਨੇ ਦੇਖੋ ਯੂਨੀਮੋਲੀਕੂਲਰ ਹੁਣ ਇੱਕ ਆਪਾਂ ਨੇ ਕੀ ਕੀਤਾ ਰਿਐਕਸ਼ਨ ਦੇਖੋ। ਠੀਕ ਹੈ, ਹੁਣ ਇਹਦੇ ਵਿੱਚ ਜਦੋਂ ਆਪਾਂ ਨੇ 1 ਦੀ ਕੰਸਨਟ੍ਰੇਸ਼ਨ ਇੰਕਰੀਜ਼ ਕੀਤੀ ਡਬਲ ਕਰਤੀ ਤਾਂ ਇਹਦੀ ਕਾਂਸਟੈਂਟ ਵਾਟਰ ਦੀ ਕੰਸਨਟ੍ਰੇਸ਼ਨ ਕੀ ਰੱਖੀ ਕਾਂਸਟੈਂਟ ਰੱਖੀ ਤਾਂ ਜਿਹੜਾ ਰੇਟ ਹੈ ਉਹ ਕੀ ਹੋ ਗਿਆ ਡਬਲ ਹੋ ਗਿਆ। ਠੀਕ ਹੈ, ਹੁਣ ਜਦੋਂ ਆਪਾਂ ਨੇ ਕੀਪਿੰਗ ਦੀ ਅਲਕਾਈਲ ਹੈਲਾਈਡ ਕੰਸਨਟ੍ਰੇਸ਼ਨ ਕਾਂਸਟੈਂਟ ਵਾਟਰ ਦੀ ਕੰਸਨਟ੍ਰੇਸ਼ਨ ਆਪਾਂ ਨੇ ਕੀ ਕਰਤੀ ਇੰਕਰੀਜ਼ ਕਰਤੀ ਮਤਲਬ ਡਬਲ ਕਰਤੀ ਤਾਂ ਰੇਟ ਦੇ ਉੱਪਰ ਕੋਈ ਵੀ ਇਫੈਕਟ ਨਹੀਂ ਪਿਆ, ਮਤਲਬ ਰੇਟ ਇੰਕਰੀਜ਼ ਨਹੀਂ ਹੋਇਆ। ਠੀਕ ਹੈ, ਤਾਂ ਇੱਥੋਂ ਆਪਾਂ ਨੂੰ ਪਤਾ ਲੱਗਿਆ ਕਿ ਜਿਹੜੀ ਇਹ ਰਿਐਕਸ਼ਨ ਹੈ ਇਹਦੇ ਵਿੱਚ ਜਿਹੜਾ ਰੇਟ ਹੈ ਉਹ ਕਿਤੇ ਡਿਪੈਂਡ ਕਰਦਾ ਸਿਰਫ ਅਲਕਾਈਲ ਹੈਲਾਈਡ ਦੀ ਕੰਸਨਟ੍ਰੇਸ਼ਨ ਤੇ ਡਿਪੈਂਡ ਕਰਦਾ। ਤਾਂ ਰੇਟ ਲਾਅ ਦੇ ਅਕੋਰਡਿੰਗ ਆਪਾਂ ਰੇਟ ਕਿਵੇਂ ਲਿਖ ਸਕਦੇ ਹਾਂ rate is directly proportional to the concentration of alkyl halide। ਇਸ ਕੇਸ ਦੇ ਵਿੱਚ ਕੀ ਹੈ 1 ਬ੍ਰੋਮੋ 1 ਡਾਈਮਿਥਾਈਲ ਈਥੇਨ। ਠੀਕ ਹੈ, ਤਾਂ ਮਤਲਬ ਕਿ ਹੁਣ ਜਿਹੜੀ ਆਹ ਰਿਐਕਸ਼ਨ ਨੇ ਜਿਨ੍ਹਾਂ ਦੇ ਵਿੱਚ ਰੇਟ ਸਿਰਫ ਇੱਕ ਦੀ ਕੰਸਨਟ੍ਰੇਸ਼ਨ ਤੇ ਡਿਪੈਂਡ ਕਰਦਾ ਉਹ ਕੀ ਹੁੰਦੀਆਂ ਨੇ ਯੂਨੀਮੋਲੀਕੂਲਰ, 1 ਸਟੈਂਡ ਫॉर ਯੂਨੀਮੋਲੀਕੂਲਰ, ਮਤਲਬ ਇੱਕੋ ਸਪੀਸ਼ੀ ਦੀ ਕੰਸਨਟ੍ਰੇਸ਼ਨ ਤੇ ਕੀ ਕਰਦਾ ਰੇਟ ਡਿਪੈਂਡ ਕਰਦਾ। ਹੁਣ ਮੈਕੈਨਿਜ਼ਮ ਪੜ੍ਹਨ ਤੋਂ ਪਹਿਲਾਂ ਕੁਝ ਟਰਮਸ ਨੇ ਉਹ ਆਪਾਂ ਨੂੰ ਇਹਦੇ ਬਾਰੇ ਪਤਾ ਹੋਣਾ ਚਾਹੀਦਾ। ਫਸਟ ਹੁਣੇ ਆਪਾਂ ਕਰ ਲਿਆ ਕਿ ਜਿਹੜਾ SN1 ਮੈਕੈਨਿਜ਼ਮ ਦੇ ਵਿੱਚ ਜਿਹੜਾ ਰੇਟ ਹੈ ਕਿਹਦੇ ਉੱਪਰ ਡਿਪੈਂਡ ਕਰਦਾ ਸਿਰਫ ਇੱਕ ਅਲਕਾਈਲ ਹੈਲਾਈਡ ਦੀ ਕੰਸਨਟ੍ਰੇਸ਼ਨ ਤੇ ਡਿਪੈਂਡ ਕਰਦਾ। ਠੀਕ ਹੈ, ਦੂਸਰਾ ਇਹਦੇ ਵਿੱਚ ਆਪਾਂ ਨੂੰ ਦੇਖੋ ਜਿਵੇਂ ਆਪਾਂ ਨੇ ਪਿੱਛੇ ਵੀ SN2 ਚ ਕੀਤਾ ਸੀ ਜਿਵੇਂ ਜਿਵੇਂ ਹਾਈਡਰੋਜਨ ਰਿਪਲੇਸ ਕੀਤੇ ਸੀ ਠੀਕ ਹੈ ਵਿਦ ਬਲਕੀਅਰ ਗਰੁੱਪ ਤਾਂ ਰੇਟ ਕੀ ਹੋ ਰਿਹਾ ਸੀ ਘਟ ਰਿਹਾ ਸੀ, ਲੇਕਿਨ ਇਸ ਦੇ ਵਿੱਚ ਕੀ ਹੋ ਰਿਹਾ ਉਲਟਾ ਹੋ ਰਿਹਾ। ਹੁਣ ਇਸ ਚ ਦੇਖੋ
ਜਿਵੇਂ ਜਿਵੇਂ ਕੀ ਹੋ ਰਿਹਾ ਹੈ, ਅਲਕਾਈਲ ਗਰੁੱਪ ਕੀ ਹੋ ਰਿਹਾ, ਹਾਈਡਰੋਜਨ ਦੀ ਜਗ੍ਹਾ ਆਪਾਂ ਕੀ ਕਰ ਰਹੇ ਹਾਂ, ਬਲਕੀਅਰ ਗਰੁੱਪ ਲਗਾ ਰਹੇ ਹਾਂ। ਠੀਕ ਹੈ, ਉਵੇਂ ਉਵੇਂ ਰੇਟ ਦੇਖੋ ਕੀ ਹੋ ਰਿਹਾ, ਇੰਕਰੀਜ਼ ਹੋ ਰਿਹਾ। ਇੱਥੇ ਸਾਰੇ ਹਾਈਡਰੋਜਨ ਸੀ, ਰੇਟ ਅਪਰੋਕਸੀਮੇਟਲੀ 0। ਇੱਥੇ ਫਿਰ ਹਾਈਡਰੋਜਨ ਰਿਪਲੇਸ ਕਰਤਾ ਮਿਥਾਈਲ ਨਾਲ, ਰੇਟ ਅਪਰੋਕਸੀਮੇਟਲੀ 0। ਫਿਰ ਕਿਹਦੇ ਨਾਲ ਕਰਤਾ, ਦੋ ਹਾਈਡਰੋਜਨ ਰਿਪਲੇਸ ਕਰਤੇ ਮਿਥਾਈਲ ਨਾਲ, ਤਾਂ ਰੇਟ ਕੀ ਹੋ ਗਿਆ, ਇੰਕਰੀਜ਼ ਹੋ ਗਿਆ, 12 ਹੋ ਗਿਆ। ਠੀਕ ਹੈ, ਜਦੋਂ ਆਪਾਂ ਨੇ ਤਿੰਨੋਂ ਹੀ ਹਾਈਡਰੋਜਨ ਰਿਪਲੇਸ ਕਰਤੇ ਮਿਥਾਈਲ ਗਰੁੱਪ ਨਾਲ, ਤਾਂ ਰੇਟ ਕੀ ਹੋ ਗਿਆ, ਦੇਖੋ ਕਿੰਨਾ ਹੋ ਗਿਆ, 112 ਲੱਖ ਹੋ ਗਿਆ। ਮਤਲਬ ਰੇਟ ਕੀ ਹੋ ਗਿਆ, ਬਹੁਤ ਜ਼ਿਆਦਾ ਇੰਕਰੀਜ਼ ਹੋ ਗਿਆ। ਤਾਂ ਹੁਣ ਇਸ 'ਚ SN2 ਦੇ ਨਾਲੋਂ ਕੀ ਹੈ, ਉਲਟਾ ਹੈ। SN1 ਦੇ ਵਿੱਚ ਕੀ ਹੈ, ਜਿਵੇਂ ਜਿਵੇਂ ਬਲਕੀਅਰ ਗਰੁੱਪ ਕੀ ਹੋ ਰਹੇ, ਕਾਰਬਨ ਦੇ ਨਾਲ ਲੱਗ ਰਹੇ, ਉਵੇਂ ਉਵੇਂ ਰੇਟ ਕੀ ਹੋ ਰਿਹਾ, ਇੰਕਰੀਜ਼ ਹੋ ਰਿਹਾ। ਠੀਕ ਹੈ, ਹੋਰ ਦੂਸਰਾ ਡਿਫਰੈਂਸ ਇਹਦੇ ਵਿੱਚ ਕੀ ਹੈ SN2 ਨਾਲੋਂ, ਕਿ ਉਹਦੇ ਵਿੱਚ ਆਪਾਂ ਪੜ੍ਹਿਆ ਸੀ ਕਿ ਅਲਕਾਈਲ ਹੈਲਾਈਡ ਜਦੋਂ ਆਪਾਂ ਏਸਿਮੈਟ੍ਰਿਕ ਕਾਰਬਨ ਹੁੰਦਾ ਉਹਦੇ ਵਿੱਚ, ਅਲਕਾਈਲ ਹੈਲਾਈਡ ਦੇ ਵਿੱਚ, ਤਾਂ ਆਪਣੇ ਕੋਲ ਇੱਕ ਸਟੀਰੀਓ ਆਈਸੋਮਰ ਬਣਦਾ ਹੈ। ਲੇਕਿਨ ਇਸ ਕੇਸ ਦੇ ਵਿੱਚ ਆਪਾਂ ਪੜਾਂਗੇ, ਇਸ ਦੀ ਸਟੀਰੀਓਕੈਮਿਸਟਰੀ ਦੇ ਵਿੱਚ, SN1 ਦੇ ਵਿੱਚ, ਕਿ ਜਦੋਂ ਆਪਾਂ ਏਸਿਮੈਟ੍ਰਿਕ ਕਾਰਬਨ ਦੇ ਨਾਲ ਕੀ ਕਰਦੇ ਹਾਂ, ਰਿਐਕਸ਼ਨ ਸਟਾਰਟ ਕਰਾਂਗੇ, ਤਾਂ ਆਪਣੇ ਕੋਲ 2 ਸਟੀਰੀਓ ਆਈਸੋਮਰਸ ਬਣਨਗੇ। ਠੀਕ ਹੈ, ਹੁਣ ਇਹਦਾ ਮੈਕੈਨਿਜ਼ਮ ਦੇਖੋ ਕਿ ਰੇਟ ਸਿਰਫ ਇੱਕ ਦੀ ਕੰਸਨਟ੍ਰੇਸ਼ਨ ਤੇ ਕਿਉਂ ਡਿਪੈਂਡ ਕਰਦਾ ਹੈ। ਹੁਣ ਇਸ ਦੇ ਵਿੱਚ ਦੇਖੋ ਕਿ ਆਪਾਂ ਨੇ ਪੜ੍ਹਿਆ ਸੀ ਕਿ SN2 ਕੀ ਹੁੰਦੀ ਹੈ, 1 ਸਟੈਪ ਹੁੰਦੀ ਹੈ, ਇੱਕੋ ਹੀ ਰਿਐਕਸ਼ਨ ਸਟੈਪ ਦੇ ਵਿੱਚ ਬੌਂਡ ਬਣਦਾ ਵੀ, ਟੁੱਟਦਾ ਵੀ। ਹੁਣ ਇਹਦੇ ਵਿੱਚ ਦੇਖੋ ਇਹ ਸਟੈਪਡ ਮੈਕੈਨਿਜ਼ਮ ਹੈ। ਹੁਣ ਇਹ ਕੀ ਹੁੰਦੀ ਹੈ, ਇਹਦੇ ਵਿੱਚ ਸਭ ਤੋਂ ਪਹਿਲਾਂ ਕੀ ਹੋਊਗਾ ਕਿ ਕਾਰਬਨ ਤੇ ਨਿਊਕਲੀਓਫਾਈਲ, ਇਸ ਕੇਸ ਕੀ Br ਦੇ ਵਿੱਚ ਸਭ ਤੋਂ ਪਹਿਲਾਂ ਬੌਂਡ ਕੀ ਹੋਊਗਾ, ਟੁੱਟੂਗਾ। ਹੁਣ ਜਦੋਂ ਇਹ ਬੌਂਡ ਟੁੱਟੂਗਾ, ਇਹ ਸਟੈਪ ਕੀ ਹੈ, ਸਲੋ ਸਟੈਪ ਹੈ, ਮਤਲਬ ਹੌਲੀ ਹੋਏਗਾ। ਤਾਂ ਆਪਣੇ ਕੋਲ ਜਦੋਂ ਕਿ ਹੁਣ ਜਿਹੜਾ Br ਹੈ ਉਹ ਨਾਲ ਨੈਗੇਟਿਵ ਚਾਰਜ ਇਲੈਕਟ੍ਰੋਨਸ, ਸ਼ੇਅਰਡ ਪੇਅਰ ਆਫ ਇਲੈਕਟ੍ਰੋਨ ਨਾਲ ਲੈ ਕੇ ਜਾਏਗਾ, ਤਾਂ ਕਾਰਬਨ ਦੇ ਉੱਪਰ ਕੀ ਆ ਗਿਆ, ਉਹਦੇ ਪੋਜ਼ਿਟਿਵ ਚਾਰਜ ਆ ਗਿਆ, Br ਨੈਗੇਟਿਵ ਕੀ ਹੋ ਗਿਆ, ਬਾਹਰ ਚਲਾ ਗਿਆ। ਠੀਕ ਹੈ, ਹੁਣ ਕਾਰਬਨ ਬੀਅਰਿੰਗ ਪੋਜ਼ਿਟਿਵ ਚਾਰਜ ਇਜ਼ ਕਾਲਡ ਕਾਰਬੋਕੇਟਾਇਨ। ਠੀਕ ਹੈ, ਹੁਣ ਕਾਰਬੋਕੇਟਾਇਨ ਬਣਦਾ ਉਰੇ ਇਸ ਦੇ ਵਿੱਚ। ਹੁਣ ਇਸ ਕਾਰਬੋਕੇਟਾਇਨ ਦੇ ਉੱਪਰ ਕੀ ਕਰੇਗਾ, ਨਿਊਕਲੀਓਫਾਈਲ ਅਟੈਕ ਕਰੇਗਾ। ਜਦੋਂ ਨਿਊਕਲੀਓਫਾਈਲ ਅਟੈਕ ਕਰੇਗਾ, ਸਭ ਤੋਂ ਪਹਿਲਾਂ ਉਰੇ ਕੀ ਬਣੇਗਾ, ਪ੍ਰੋਟੋਨੇਟਿਡ ਕੀ ਬਣੇਗਾ, ਪ੍ਰੋਡਕਟ ਬਣ ਗਿਆ। ਇਹਦੇ ਵਿੱਚੋਂ ਕੀ ਹੋਗਾ, H ਬਾਹਰ ਚਲ ਕੇ ਆਪਣੇ ਕੋਲ ਕੀ ਬਣ ਗਿਆ, ਸਬਸਟੀਟਿਊਟਿਡ ਪ੍ਰੋਡਕਟ ਬਣ ਗਿਆ। ਹੁਣ ਜਿਹੜਾ ਆਹ ਸਟੈਪ ਹੈ, ਹੁਣੇ ਕੀਤਾ ਸੈਕਿੰਡ ਸਟੈਪ ਕੀ ਹੈ, ਫਾਸਟ ਹੈ। ਤਾਂ ਹੁਣੇ ਆਪਾਂ ਆਰਗੈਨਿਕ ਦੇ ਵਿੱਚ ਤੁਸੀਂ ਪਹਿਲਾਂ ਵੀ ਪੜ੍ਹਿਆ ਹੋਊਗਾ ਕਿ ਜਿਹੜਾ ਸਲੋ ਸਟੈਪ ਹੁੰਦਾ ਉਹ ਕੀ ਹੁੰਦਾ ਹੈ, ਰੇਟ ਡਿਟਰਮਾਈਨਿੰਗ ਸਟੈਪ ਹੈ। ਮਤਲਬ ਜਿਹੜਾ ਰੇਟ ਹੈ ਸਿਰਫ ਕਿਹਦੇ ਉੱਪਰ ਡਿਪੈਂਡ ਕਰਦਾ, ਸਲੋ ਸਟੈਪ ਦੇ ਉੱਪਰ ਡਿਪੈਂਡ ਕਰਦਾ। ਹੁਣ ਇਸ 'ਚ ਸਲੋ ਸਟੈਪ ਕੀ ਹੈ ਕਿ ਕਾਰਬਨ ਤੇ ਬ੍ਰੋਮੀਨ ਦੇ ਵਿੱਚ ਜਿਹੜਾ ਬੌਂਡ ਬ੍ਰੇਕ ਹੋ ਰਿਹਾ, ਉਹ ਕੀ ਹੈ, ਸਲੋ ਸਟੈਪ ਹੈ। ਮਤਲਬ ਹੁਣ ਸਲੋ ਸਟੈਪ ਦੇ ਵਿੱਚ ਕਿੰਨੇ ਰਿਐਕਟੈਂਟਸ ਆ ਰਹੇ ਨੇ, ਇੱਕੋ ਹੀ ਆ ਰਿਹਾ, ਅਲਕਾਈਲ ਹੈਲਾਈਡ। ਤਾਂ ਮਤਲਬ ਕਿ ਜਿਹੜਾ ਰੇਟ ਹੈ ਸਿਰਫ ਅਲਕਾਈਲ ਹੈਲਾਈਡ ਦੀ ਕੰਸਨਟ੍ਰੇਸ਼ਨ ਦੇ ਉੱਪਰ ਕੀ ਕਰੇਗਾ, ਡਿਪੈਂਡ ਕਰੇਗਾ। ਇਸੇ ਕਰਕੇ ਕੀ ਹੈ, ਇਹ ਯੂਨੀਮੋਲੀਕੂਲਰ ਰਿਐਕਸ਼ਨ ਹੈ। ਤਾਂ ਹੁਣ ਇਹਦੇ ਵਿੱਚ ਆਪਾਂ ਦੋ ਚੀਜ਼ਾਂ ਪੜ੍ਹੀਆਂ ਕਿ ਇਹ ਕੀ ਹੈ, ਯੂਨੀਮੋਲੀਕੂਲਰ ਹੈ, ਹੋਰ ਇਹ ਕੀ ਹੈ, ਸਟੈਪਡ ਮੈਕੈਨਿਜ਼ਮ ਹੈ। ਤੇ ਤੀਸਰਾ ਇਹਦੇ ਵਿੱਚ ਇੰਟਰਮੀਡੀਏਟ ਬਣਦਾ, ਉਹ ਇੰਟਰਮੀਡੀਏਟ ਕੀ ਹੁੰਦਾ, ਕਾਰਬੋਕੇਟਾਇਨ ਹੁੰਦਾ। ਹੁਣ ਇਸ ਕਾਰਬੋਕੇਟਾਇਨ ਦੀ ਸਟੇਬਿਲਿਟੀ ਦੇ ਉੱਪਰ ਕੀ ਕਰੇਗਾ, ਡਿਪੈਂਡ ਕਰਦਾ ਹੈ ਕਿ ਆਪਣੇ ਕੋਲ ਕਿ ਰੇਟ ਫਾਸਟ ਹੈ ਕਿ ਸਲੋ ਹੈ, ਕਿ ਮਤਲਬ ਰਿਐਕਸ਼ਨਸ ਫਾਸਟ ਹੋਊਗੀ ਕਿ ਸਲੋ ਹੋਏਗੀ, ਅੱਗੇ ਫਰਦਰ ਆਪਾਂ ਨੂੰ ਕਲੀਅਰ ਹੋਏਗਾ। ਹੁਣ ਇਸ ਰਿਐਕਸ਼ਨ ਦੇ ਵਿੱਚ ਸਭ ਤੋਂ ਪਹਿਲਾਂ ਇਹਦਾ ਕੀ ਦੇਖ ਲਓ, એનર્ਜੀ ਲੈਵਲ ਡਾਇਗਰਾਮ। ਹੁਣ ਇਹ ਰਿਐਕਟੈਂਟ ਸੀ, ਰਿਐਕਟੈਂਟ ਤੋਂ ਆਪਣੇ ਕੋਲ ਕੀ ਬਣੇ, ਕਾਰਬੋਕੇਟਾਇਨ ਬਣਿਆ। ਹਾਂ ਠੀਕ ਹੈ, ਇਹ ਕਾਰਬੋਕੇਟਾਇਨ ਫਿਰ ਟੁੱਟ ਕੇ ਕਿਸ 'ਚ ਕਨਵਰਟ ਹੋ ਗਿਆ, ਐਜ਼ ਅ ਹੋਲ ਸਬਸਟੀਟਿਊਟਿਡ ਪ੍ਰੋਡਕਟ ਵਿੱਚ ਕਨਵਰਟ ਹੋ ਗਿਆ। ਹੁਣ ਇਸ 'ਚ ਆ ਕੀ ਬਣਦਾ, ਕਾਰਬੋਕੇਟਾਇਨ ਇੰਟਰਮੀਡੀਏਟ ਬਣਦਾ। ਠੀਕ ਹੈ, ਹੁਣ ਜਿਹੜਾ ਆ ਸਟੈਪ ਸੀਗਾ, ਇਹਦੇ ਵਿੱਚ ਬੌਂਡ ਟੁੱਟਿਆ ਸੀਗਾ ਕਾਰਬੋਕੇਟਾਇਨ, ਇਹ ਕੀ ਹੁੰਦਾ, ਰੇਟ ਡਿਟਰਮਾਈਨਿੰਗ ਸਟੈਪ। ਮਤਲਬ ਇਸ ਸਟੈਪ ਦੀ એનર્ਜੀ ਦੇ ਉੱਪਰ ਕੀ ਕਰਦਾ, ਸਾਰਾ ਰੇਟ ਡਿਪੈਂਡ ਕਰਦਾ। ਹੁਣ ਅਗਰ ਇਸ ਸਟੈਪ ਦੀ ਜਿਹੜੀ એનર્ਜੀ ਕੀ ਹੋਊਗੀ, ਜ਼ਿਆਦਾ ਹੋਏਗੀ, ਤਾਂ ਰੇਟ ਕੀ ਹੋਊਗਾ, ਠੀਕ ਹੈ, ਘੱਟ ਹੋਏਗਾ। ਅਗਰ ਇਹ ਸਟੈਪ ਦੀ ਜਿਹੜੀ ਐਕਟੀਵੇਸ਼ਨ એનર્ਜੀ ਆ ਕੀ ਹੋਊਗੀ, ਘੱਟ ਹੋਊਗੀ, ਤਾਂ ਰੇਟ ਕੀ ਹੋਊਗਾ, ਫਾਸਟ ਹੋਏਗਾ। ਹੁਣ ਇਸ ਸਟੈਪ ਦੀ ਜਿਹੜੀ એનર્ਜੀ ਆ ਉਹ ਕਿਤੇ ਡਿਪੈਂਡ ਕਰੇਗੀ, ਕਾਰਬੋਕੇਟਾਇਨ ਦੀ ਸਟੇਬਿਲਿਟੀ ਦੇ ਉੱਪਰ ਡਿਪੈਂਡ ਕਰੇਗੀ। ਠੀਕ ਹੈ, ਹੁਣ ਇਹਦੇ ਵਿੱਚ ਦੇਖੋ ਇਹ ਕਾਰਬੋਕੇਟਾਇਨ ਦੀ ਸਟੇਬਿਲਿਟੀ ਤੇ ਕਿਵੇਂ ਡਿਪੈਂਡ ਕਰੇਗੀ, ਉਹ ਆਪਾਂ ਨੈਕਸਟ ਸਲਾਈਡ 'ਚ ਕਰਾਂਗੇ। ਹੁਣ ਇੱਥੇ ਇਹਦਾ ਦੇਖੋ ਕਿ ਆਪਾਂ ਕਿਹਾ ਸੀ ਕਿ ਜਿਹੜਾ SN1 ਰਿਐਕਸ਼ਨ ਹੈ ਉਹਦੇ ਵਿੱਚ ਕੀ ਹੁੰਦਾ ਕਿ ਆਪਣੇ ਕੋਲ ਦੋ ਸਟੀਰੀਓ ਆਈਸੋਮਰ ਬਣਦੇ ਨੇ। ਹੁਣ ਦੋ ਸਟੀਰੀਓ ਆਈਸੋਮਰ ਕਿਉਂ ਬਣਦੇ ਨੇ, ਹੁਣ ਇਸ 'ਚ ਦੇਖੋ ਜਿਵੇਂ ਅਲਕਾਈਲ ਹੈਲਾਈਡ ਹੈ, ਹੁਣੇ ਆਪਾਂ ਕੀਤਾ ਕਿ ਕਾਰਬਨ ਤੇ ਬ੍ਰੋਮੀਨ ਦੇ ਵਿੱਚ ਪਹਿਲਾਂ ਬੌਂਡ ਬ੍ਰੇਕ ਹੋ ਕੇ ਆਪਣੇ ਕੋਲ ਕੀ ਬਣਦਾ, ਕਾਰਬੋਕੇਟਾਇਨ ਬਣਦਾ। ਹੁਣ ਜਿਹੜੀ ਕਾਰਬੋਕੇਟਾਇਨ ਹੈ, ਹੁਣ ਆਪਾਂ +1 'ਚ ਆਪਾਂ ਨੇ ਇੰਟਰੈਕਸ਼ਨ ਇੰਟਰਮੀਡੀਏਟਸ ਪੜ੍ਹੇ ਸੀ, ਉਹਦੇ ਵਿੱਚ ਆਪਾਂ ਨੇ ਕਾਰਬੋਕੇਟਾਇਨ ਵੀ ਪੜ੍ਹਿਆ ਸੀ।
ਉਸ 'ਚ ਆਪਾਂ ਪੜ੍ਹਿਆ ਸੀ ਕਾਰਬਨ ਦੀ ਇੱਥੇ ਹਾਈਬ੍ਰਿਡਾਈਜੇਸ਼ਨ ਕੀ ਹੁੰਦੀ ਹੈ, sp2 ਹੁੰਦੀ ਹੈ। ਹੁਣ sp2 ਹਾਈਬ੍ਰਿਡਾਈਜੇਸ਼ਨ ਹੈ ਤਾਂ ਮਤਲਬ ਇਹ ਕੀ ਹੈ, ਪਲੇਨਰ ਸਪੀਸ਼ੀ ਹੈ। ਹੁਣ ਪਲੇਨਰ ਹੈ ਤਾਂ ਮਤਲਬ ਕਿ ਜਿਹੜਾ ਅਟੈਕ ਹੈ ਫਰੰਟ ਸਾਈਡ ਤੋਂ ਵੀ ਪੋਸੀਬਲ ਹੈ ਤੇ ਬੈਕ ਸਾਈਡ ਤੋਂ ਵੀ ਪੋਸੀਬਲ ਹੈ। ਹੁਣ ਅਗਰ ਤਾਂ ਅਟੈਕ ਫਰੰਟ ਸਾਈਡ ਤੋਂ ਹੋ ਰਿਹਾ ਹੈ, ਠੀਕ ਹੈ, ਫਰੰਟ ਸਾਈਡ ਤੋਂ ਹੋ ਰਿਹਾ ਇੱਧਰੋਂ, ਤਾਂ ਆਪਣੇ ਕੋਲ ਕੀ ਬਣੇਗਾ, ਉਹੀ ਕਨਫੀਗਰੇਸ਼ਨ ਵਾਲਾ ਪ੍ਰੋਡਕਟ ਬਣੇਗਾ ਜਿਹੜਾ ਕਿ ਰਿਐਕਟੈਂਟ ਸੀਗਾ, ਠੀਕ ਹੈ। ਤਾਂ ਅਗਰ ਬੈਕ ਸਾਈਡ ਤੋਂ ਹੋ ਰਿਹਾ ਅਟੈਕ ਤਾਂ ਆਪਣੇ ਕੋਲ ਜਿਹੜੀ ਰਿਐਕਟੈਂਟ ਦੀ ਕਨਫੀਗਰੇਸ਼ਨ ਸੀ ਉਹ ਤੋਂ ਕੀ ਬਣੇਗਾ, ਰਿਵਰਸ ਕਨਫੀਗਰੇਸ਼ਨ ਵਾਲਾ ਪ੍ਰੋਡਕਟ ਬਣੇਗਾ। ਤਾਂ ਹੁਣ ਆਪਣੇ ਕੋਲ ਜਿਵੇਂ ਕਿ ਇੱਥੇ ਦੇਖੋ ਸੇਮ ਕਨਫੀਗਰੇਸ਼ਨ, ਇੱਧਰ ਬ੍ਰੋਮੀਨ ਇਸ ਸਾਈਡ ਲੱਗਿਆ ਹੋਇਆ ਰਾਈਟ ਸਾਈਡ, ਇੱਧਰ ਵੀ OH ਕੀ ਲੱਗਿਆ ਰਾਈਟ ਸਾਈਡ। ਇੱਧਰ ਜਦੋਂ ਬੈਕ ਸਾਈਡ ਤੋਂ ਅਟੈਕ ਹੋਇਆ ਤੇ ਬ੍ਰੋਮੀਨ ਇੱਧਰ ਰਾਈਟ ਸਾਈਡ ਹੈ ਤੇ OH ਕਿੱਧਰ ਲੱਗਿਆ, ਇਨਕਮਿੰਗ ਨਿਊਕਲੀਓਫਾਈਲ ਕਿੱਧਰ ਲੱਗਿਆ, ਬੈਕ ਸਾਈਡ ਤੇ ਲੱਗਿਆ। ਤਾਂ ਆਪਣੇ ਕੋਲ ਦੋ ਪ੍ਰੋਡਕਟ ਬਣਦੇ ਨੇ, ਠੀਕ ਹੈ। ਤਾਂ ਕਿਉਂ ਬਣਦੇ ਨੇ, ਕਿਉਂਕਿ ਜਿਹੜਾ ਇਸ ਦੇ ਵਿੱਚ ਇੰਟਰਮੀਡੀਏਟ ਬਣਦਾ ਹੈ ਕਾਰਬੋਕੇਟਾਈਨ, ਉਹ ਕੀ ਹੁੰਦਾ, ਪਲੇਨਰ ਹੁੰਦਾ। ਤਾਂ ਬੋਥ ਅਟੈਕਸ ਆਰ ਪੋਸੀਬਲ, ਫਰੰਟ ਸਾਈਡ ਅਟੈਕ ਐਜ਼ ਵੈਲ ਐਜ਼ ਬੈਕ ਸਾਈਡ ਅਟੈਕ ਆਰ ਪੋਸੀਬਲ। ਤਾਂ ਹੋਰ ਕੀ ਆਪਾਂ ਕਹਿ ਸਕਦੇ ਹਾਂ ਕਿ SN1 ਮੈਕੈਨਿਜ਼ਮ ਦੇ ਵਿੱਚ ਸਪੋਜ਼ ਆਪਾਂ ਉਰੇ ਕੀ ਸਟਾਰਟ ਕੀਤਾ ਸੀ, ਪਲੱਸ ਆਈਸੋਮਰ ਦੈਟ ਇਜ਼ ਡੈਕਸਟਰੋਰੋਟੇਟਰੀ ਸ਼ੁਰੂ ਕੀਤਾ ਸੀ। ਤਾਂ ਆਪਣੇ ਕੋਲ ਪ੍ਰੋਡਕਟ ਕੀ ਬਣੇਗਾ, ਡੈਕਸਟਰੋਰੋਟੇਟਰੀ ਵਾਲਾ ਵੀ ਬਣੇਗਾ, ਮਤਲਬ ਸੇਮ ਕਨਫੀਗਰੇਸ਼ਨ ਵਾਲਾ ਵੀ ਬਣੇਗਾ, ਤੇ ਲੀਵੋਰੋਟੇਟਰੀ ਮਤਲਬ ਇਨਵਰਟਿਡ ਕਨਫੀਗਰੇਸ਼ਨ ਵਾਲਾ ਵੀ ਬਣੇਗਾ। ਤੇ ਹੁਣ ਇਹ ਦੋਨਾਂ ਦੀ ਕੁਆਂਟੀਟੀ ਕੀ ਹੋਏਗੀ, ਇਕੁਅਲ ਹੋਏਗੀ। ਮਤਲਬ ਐਜ਼ ਅ ਹੋਲ ਜਿਹੜਾ ਆਪਣੇ ਕੋਲ ਪ੍ਰੋਡਕਟ ਬਣੇਗਾ ਉਹ ਮਿਕਸਚਰ ਹੋਏਗਾ। ਉਸ ਮਿਕਸਚਰ ਨੂੰ ਆਪਾਂ ਕੀ ਬੋਲਾਂਗੇ, ਰੇਸਮਿਕ ਮਿਕਸਚਰ ਬੋਲਾਂਗੇ। ਆਪਾਂ ਪਹਿਲਾਂ ਪੜ੍ਹ ਚੁੱਕੇ ਹਾਂ ਕਾਇਰੈਲਿਟੀ 'ਚ। ਰੇਸਮਿਕ ਮਿਕਸਚਰ ਕੀ ਹੁੰਦਾ ਹੈ ਕਿ ਜਿਹਦੇ ਵਿੱਚ ਇਕੁਅਲ ਕੁਆਂਟੀਟੀ ਹੁੰਦੀ ਹੈ ਡੈਕਸਟਰੋ ਦੀ ਤੇ ਲੀਵੋ ਦੀ। ਤੇ ਐਜ਼ ਅ ਹੋਲ ਜਿਹੜਾ ਪ੍ਰੋਡਕਟ ਕੀ ਹੋਊਗਾ ਉਹ ਕੀ ਹੋਊਗਾ, ਆਪਟੀਕਲੀ ਇਨਐਕਟਿਵ ਹੋਏਗਾ, ਕਿਉਂਕਿ ਇਸ ਦੀ ਕਨਫੀਗਰੇਸ਼ਨ ਨੂੰ, ਠੀਕ ਹੈ, ਇਸ ਦੀ ਜਿਹੜੀ ਆਪਟੀਕਲ ਪਲੇਨ ਪੋਲਰਾਈਜ਼ ਲਾਈਟ ਨੂੰ ਰੋਟੇਟ ਕਰਨ ਦੀ ਕੈਪੈਸਿਟੀ ਨੂੰ ਇਹ ਕੀ ਕਰ ਦੇਗਾ, ਕੈਂਸਲ ਕਰ ਦੇਗਾ, ਇਸ ਦੀ ਨੂੰ ਇਹ ਕਰ ਦੇਗਾ। ਇਸ ਕਰਕੇ ਐਜ਼ ਅ ਹੋਲ ਜਿਹੜਾ ਰੇਸਮਿਕ ਮਿਕਸਚਰ ਕੀ ਹੁੰਦਾ, ਆਪਟੀਕਲੀ ਇਨਐਕਟਿਵ, ਦੈਟ ਇਜ਼ ਕੀ ਹੁੰਦਾ, ਏ ਕਾਇਰਲ ਹੁੰਦਾ। ਤਾਂ SN1 ਦੀ ਸਟੀਰੀਓਕੈਮਿਸਟਰੀ ਕੀ ਹੁੰਦੀ ਹੈ, ਇਸ 'ਚ ਰੇਸਮਿਕ ਮਿਕਸਚਰ ਬਣਦੇ ਆ। SN2 ਦੇ ਵਿੱਚ ਕੀ ਬਣਦਾ ਹੈ ਕਿ ਇੱਕ ਪ੍ਰੋਡਕਟ ਬਣਦਾ, ਉਹਦੀ ਕਨਫੀਗਰੇਸ਼ਨ ਕੀ ਹੁੰਦੀ ਹੈ, ਇਨਵਰਟਿਡ ਹੁੰਦੀ ਹੈ। ਕਲੀਅਰ। ਨੈਕਸਟ ਕੀ ਹੈ, ਫੈਕਟਰਸ ਅਫੈਕਟਿੰਗ SN1 ਰਿਐਕਸ਼ਨ। ਹੁਣ SN1 ਰਿਐਕਸ਼ਨ ਦੇ ਵਿੱਚ ਦੋ ਫੈਕਟਰ ਨੇ। ਕੀ ਹੁਣੇ ਆਪਾਂ ਕੀਤਾ ਸੀਗਾ ਕਿ ਅਲਕਾਈਲ ਤੇ ਬ੍ਰੋਮੀਨ ਦੇ ਵਿੱਚ ਕੀ ਹੋਣਾ, ਬੌਂਡ ਪਹਿਲਾਂ ਟੁੱਟਦਾ, ਬ੍ਰੋਮੀਨ ਔਰ ਵੀ ਕੈਨ ਸੇ ਹੈਲਾਈਡ ਆਇਨ ਦੇ ਵਿੱਚ ਬੌਂਡ ਟੁੱਟਦਾ। ਹੁਣ ਜਿੰਨਾ ਈਜ਼ੀਲੀ ਉਹ ਬੌਂਡ ਬ੍ਰੇਕ ਹੋਏਗਾ ਉਨਾ ਕੀ ਰਿਐਕਸ਼ਨ ਕੀ ਹੋਏਗੀ, ਫਾਸਟ ਹੋਏਗੀ, ਉਹ ਤੇ ਡਿਪੈਂਡ ਕਰੇਗਾ। ਦੂਸਰਾ ਕਿਹਦੇ ਉੱਪਰ ਡਿਪੈਂਡ ਕਰਦਾ, ਸਟੇਬਿਲਿਟੀ ਆਫ ਕਾਰਬੋਕੇਟਾਈਨ ਦੇ ਉੱਪਰ ਡਿਪੈਂਡ ਕਰਦਾ। ਹੁਣ ਜਿਹੜੀ ਸਟੇਬਿਲਿਟੀ ਆਫ ਕਾਰਬੋਕੇਟਾਈਨ ਆਪਾਂ ਨੇ ਪੜ੍ਹਿਆ ਸੀਗਾ ਕਿ ਟਰਸ਼ਰੀ ਕਾਰਬੋਕੇਟਾਈਨ ਕੀ ਹੁੰਦੇ ਨੇ, ਜ਼ਿਆਦਾ ਸਟੇਬਲ ਹੁੰਦੇ ਨੇ। ਟਰਸ਼ਰੀ ਕਾਰਬੋਕੇਟਾਈਨ ਮਤਲਬ ਜਿੰਨਾ ਸਬਸਟੀਚਿਊਟਿਡ ਕਾਰਬੋਕੇਟਾਈਨ ਹੋਏਗਾ, ਜਿੰਨੀਅਰ ਬਲਕੀਅਰ ਗਰੁੱਪ ਲੱਗੇ ਹੋਣਗੇ। ਕਾਰਬੋਕੇਟਾਈਨ ਕੀ ਹੁੰਦੇ ਨੇ ਕਿ ਇਲੈਕਟ੍ਰੋਨ ਡੈਫੀਸ਼ੀਐਂਟ ਕੰਪਾਊਂਡ ਹੈ, ਜਿੰਨੀਅਰ ਬਲਕੀਅਰ ਗਰੁੱਪ ਨੇ, ਠੀਕ ਹੈ, ਮਿਥਾਇਲ ਗਰੁੱਪਸ ਨੇ ਸਪੋਜ਼, ਉਹ ਕੀ ਹੁੰਦੇ ਨੇ, ਇਲੈਕਟ੍ਰੋਨ ਡੋਨੇਟਿੰਗ ਹੁੰਦੇ ਨੇ। ਉਹਨਾਂ ਪੋਜ਼ਿਟਿਵ ਚਾਰਜ ਕੀ ਹੋਊਗਾ, ਡਿਸਪਰਜ ਹੋਏਗਾ, ਉਹਨਾਂ ਕਾਰਬੋਕੇਟਾਈਨ ਕੀ ਹੋਏਗਾ, ਸਟੇਬਲ ਹੋਏਗਾ। ਤਾਂ ਉਹਨਾਂ ਈਜ਼ੀ ਕਾਰਬੋਕੇਟਾਈਨ ਬਣੇਗਾ, ਤਾਂ ਮਤਲਬ ਰਿਐਕਸ਼ਨ ਉਨੀ ਕੀ ਹੋਊਗੀ, ਰੇਟ ਕਿ ਉਨਾ ਕੀ ਹੋਊਗਾ, ਫਾਸਟ ਹੋਏਗਾ, ਠੀਕ ਹੈ। ਨੈਕਸਟ ਹੁਣ ਜਿਵੇਂ ਆਪਾਂ SN2 ਦੇ ਸੈਕਿੰਡ ਕੀ ਹੈ, SN2 ਦੇ ਵਿੱਚ ਜਿਵੇਂ ਆਪਾਂ ਕੀਤਾ ਸੀ ਲਿਵਿੰਗ ਗਰੁੱਪ, ਠੀਕ ਹੈ। ਹੁਣ ਲਿਵਿੰਗ ਗਰੁੱਪ ਕੀ ਹੋਊਗਾ, ਜਿੰਨਾ ਗੁੱਡ ਲਿਵਿੰਗ ਗਰੁੱਪ ਹੋਊਗਾ ਓਨਾ ਈਜ਼ੀਲੀ ਕੀ ਹੋਊਗਾ, ਉਹ ਬਾਹਰ ਜਾਏਗਾ, ਓਨਾ ਰੇਟ ਕੀ ਹੋਊਗਾ, ਫਾਸਟ ਹੋਏਗਾ। ਹੁਣ ਅਗਰ ਸਟਰੋਂਗ ਨਿਊਕਲੀਓਫਾਈਲ ਹੈ, ਮਤਲਬ ਸਟਰੋਂਗ ਲਿਵਿੰਗ ਗਰੁੱਪ ਹੈ, ਔਰ ਵੀਕ ਐਨ ਸੇ ਅਗਰ ਉਹ ਵੀਕ ਬੇਸ ਹੈ ਤਾਂ ਈਜ਼ੀਲੀ ਕੀ ਹੋ ਜਾਊਗਾ, ਉਹ ਵੀਕ ਬੇਸ ਕੀ ਹੁੰਦਾ ਹੈ, ਗੁੱਡ ਲਿਵਿੰਗ ਗਰੁੱਪ ਹੁੰਦਾ ਹੈ, ਠੀਕ ਹੈ। ਤਾਂ ਓਨਾ ਈਜ਼ੀਲੀ ਬੌਂਡ ਤੋੜਨਾ ਕੀ ਹੁੰਦਾ, ਸੌਖਾ ਹੁੰਦਾ, ਓਨਾ ਰੇਟ ਕੀ ਹੋਊਗਾ, ਜ਼ਿਆਦਾ ਹੋਏਗਾ, ਠੀਕ ਹੈ। ਦੂਸਰਾ ਜਿਹੜੀ ਤੀਸਰਾ ਇਹਦੇ ਵਿੱਚ ਜਿਹੜਾ ਕਿ ਨਿਊਕਲੀਓਫਾਈਲ ਹੈ, ਹੁਣ ਆਪਾਂ ਕੀਤਾ ਕਿ ਨਿਊਕਲੀਓਫਾਈਲ ਜਿਹੜਾ ਰੇਟ ਹੈ ਉਹ ਕਿਹਦੇ ਉੱਪਰ ਡਿਪੈਂਡ ਕਰਦਾ, ਸਿਰਫ ਅਲਕਾਈਲ ਹੈਲਾਈਡ ਦੇ ਉੱਪਰ ਡਿਪੈਂਡ ਕਰਦਾ ਹੈ ਦੀ ਕੰਸਨਟ੍ਰੇਸ਼ਨ ਤੇ ਨਿਊਕਲੀਓਫਾਈਲ ਅਗਰ ਆਪਾਂ ਕੋਈ ਅਗਰ ਸਪੋਜ਼ OH ਨੈਗੇਟਿਵ ਲੈਂਦੇ ਹਾਂ ਜਾਂ SH ਨੈਗੇਟਿਵ ਦਿੰਦੇ ਹਾਂ ਜਾਂ NH2 ਨੈਗੇਟਿਵ ਲੈਂਦੇ ਹਾਂ, ਤਾਂ ਚਾਹੇ ਜਿਹੜਾ ਮਰਜ਼ੀ ਲੈ ਲਈਏ, ਤਾਂ ਉਹਨਾਂ ਚਾਹੇ ਨਿਊਕਲੀਓਫਾਈਲ ਚੇਂਜ ਕਰਾਂਗੇ ਤਾਂ ਰੇਟ ਦੇ ਉੱਪਰ SN1 ਦੇ ਕੇਸ 'ਚ ਕੋਈ ਇਫੈਕਟ ਨਹੀਂ ਪਊਗਾ, ਬਟ ਇਨ ਕੇਸ ਆਫ SN2 ਇਫੈਕਟ ਪਏਗਾ ਕਿਉਂਕਿ ਉਸਦੇ ਉੱਪਰ ਉਹ ਡਿਪੈਂਡ ਕਰਦਾ ਹੈ, ਠੀਕ ਹੈ। ਇਹ ਕੀ ਸੀਗਾ ਕਿ SN1 ਬਾਰੇ। ਨੈਕਸਟ ਦੋਨਾਂ ਦਾ ਕੰਪੈਰੀਜ਼ਨ ਦੇਖੋ। ਹੁਣੇ ਆਪਾਂ ਕੀਤਾ SN1 ਕੀ ਹੁੰਦੀ ਹੈ, 2 ਸਟੈਪ ਹੁੰਦੀ ਹੈ। ਇਹਦੇ ਵਿੱਚ ਫਸਟ ਸਟੈਪ 'ਚ ਕਾਰਬੋਕੇਟਾਈਨ ਬਣਦਾ ਹੈ, ਸੈਕਿੰਡ ਸਟੈਪ 'ਚ ਕਾਰਬੋਕੇਟਾਈਨ ਤੇ ਨਿਊਕਲੀਓਫਾਈਲ ਅਟੈਕ ਕਰਦਾ ਹੈ। SN2 ਕੀ ਹੁੰਦੀ ਹੈ, ਸਿੰਗਲ ਸਟੈਪ ਹੁੰਦੀ ਹੈ। ਇਹਦੇ ਵਿੱਚ ਕੀ ਹੁੰਦਾ ਹੈ, ਇੱਕੋ ਬੌਂਡ ਮੇਕਿੰਗ ਤੇ ਬ੍ਰੇਕਿੰਗ ਇੱਕੋ ਸਟੈਪ 'ਚ ਹੁੰਦੀ ਹੈ। ਇਸ 'ਚ ਕੀ ਹੁੰਦਾ, ਟ੍ਰਾਂਜੀਸ਼ਨ ਸਟੇਟ ਬਣਦੀ ਹੈ। ਇਹਦੇ ਵਿੱਚ ਕੀ ਬਣਦਾ, SN1 ਦੇ ਵਿੱਚ ਇੰਟਰਮੀਡੀਏਟ ਦੈਟ ਇਜ਼ ਕਾਰਬੋਕੇਟਾਈਨ।
ਸੈਕਿੰਡ ਡਿਫਰੈਂਸ ਕੀ ਹੈ, SN1 ਕੀ ਹੁੰਦੀ ਹੈ ਯੂਨੀਮੋਲੀਕੂਲਰ, ਮਤਲਬ ਜਿਹੜਾ ਰੇਟ ਹੈ ਉਹ ਸਿਰਫ ਅਲਕਾਈਲ ਹੈਲਾਈਡ ਦੀ ਕੰਸਨਟ੍ਰੇਸ਼ਨ ਤੇ ਡਿਪੈਂਡ ਕਰਦਾ। ਇਨ ਕੇਸ ਆਫ SN2 ਇਹ ਕੀ ਹੁੰਦੀ ਹੈ ਬਾਈਮੋਲੀਕੂਲਰ, ਮਤਲਬ ਜਿਹੜਾ ਰੇਟ ਹੈ ਕਿਹਦੇ ਉੱਪਰ ਡਿਪੈਂਡ ਕਰਦਾ ਹੈ ਅਲਕਾਈਲ ਹੈਲਾਈਡ ਦੀ ਕੰਸਨਟ੍ਰੇਸ਼ਨ ਤੇ ਐਂਡ ਐਜ਼ ਵੈਲ ਐਜ਼ ਨਿਊਕਲੀਓਫਾਈਲ ਦੀ ਕੰਸਨਟ੍ਰੇਸ਼ਨ ਤੇ। ਥਰਡ ਡਿਫਰੈਂਸ ਹੈ ਇਹਦੇ ਵਿੱਚ ਜਿਹੜੇ ਪ੍ਰੋਡਕਟ ਬਣਦੇ ਨੇ ਦੋ ਸਟੀਰੋ ਆਈਸੋਮਰ ਬਣਦੇ ਨੇ, ਇੱਕ ਦੀ ਕਨਫੀਗਰੇਸ਼ਨ ਰਿਐਕਟੈਂਟ ਦੇ ਨਾਲ ਕੀ ਹੁੰਦੀ ਹੈ ਸੇਮ ਹੁੰਦੀ ਹੈ, ਇੱਕ ਕਿਹੜਾ ਬਣਦਾ ਇਨਵਰਟਿਡ ਕਨਫੀਗਰੇਸ਼ਨ, ਮਤਲਬ ਇਸ ਦੇ ਵਿੱਚ ਕੀ ਬਣਦਾ ਰੇਸਮਿਕ ਮਿਕਸਚਰ ਬਣਦਾ ਵਿਚ ਇਜ਼ ਆਪਟੀਕਲੀ ਇਨਐਕਟਿਵ ਔਰ ਵੀ ਕੈਨ ਸੇ ਏ ਕਾਇਰਲ। ਹੁਣ ਇਸ ਦੇ ਵਿੱਚ SN2 ਦੇ ਵਿੱਚ ਇੱਕੋ ਹੀ ਪ੍ਰੋਡਕਟ ਬਣਦਾ ਕਿਉਂਕਿ ਇੱਕੋ ਸਾਈਡ ਤੋਂ ਅਟੈਕ ਪੋਸੀਬਲ ਹੁੰਦਾ ਤਾਂ ਆਪਣੇ ਕੋਲ ਜਿਹੜਾ ਪ੍ਰੋਡਕਟ ਬਣਦਾ ਉਹਦੀ ਕਨਫੀਗਰੇਸ਼ਨ ਰਿਐਕਟੈਂਟ ਨਾਲੋਂ ਕੀ ਹੁੰਦੀ ਹੈ ਰਿਵਰਸ ਹੁੰਦੀ ਹੈ। ਮਤਲਬ ਅਗਰ ਆਪਾਂ ਪਲੱਸ ਆਈਸੋਮਰ ਤੋਂ ਸ਼ੁਰੂ ਕੀਤਾ ਤਾਂ ਨੈਗੇਟਿਵ ਵਾਲਾ ਬਣੇਗਾ, ਅਗਰ ਨੈਗੇਟਿਵ ਤੋਂ ਸ਼ੁਰੂ ਕੀਤਾ ਤਾਂ ਪਲੱਸ ਵਾਲਾ ਬਣੇਗਾ। ਹੁਣ ਇਨ ਕੇਸ ਆਫ ਰਿਐਕਟੀਵਿਟੀ ਆਰਡਰ ਆਫ ਅਲਕਾਈਲ ਹੈਲਾਈਡ ਆਪਾਂ ਦੇਖੀਏ ਤਾਂ ਹੁਣ ਟਰਸ਼ਰੀ ਅਲਕਾਈਲ ਹੈਲਾਈਡ ਮਤਲਬ ਤਿੰਨ ਜਿਹੜੇ ਹਾਈਡਰੋਜਨ ਨੇ ਉਹਨਾਂ ਦੀ ਜਗ੍ਹਾ ਕੀ ਲੱਗੇ ਹੋਏ ਨੇ ਅਲਕਾਈਲ ਗਰੁੱਪਸ ਲੱਗੇ ਹੋਏ ਨੇ, ਠੀਕ ਹੈ। ਉਹ ਕੀ ਦੇਣਗੇ SN1 ਰਿਐਕਸ਼ਨ ਫਾਸਟ ਦੇਣਗੇ, ਦੈਨ ਸੈਕੰਡਰੀ, ਦੈਨ ਪ੍ਰਾਇਮਰੀ, ਦੈਨ ਮਿਥਾਈਲ ਮਤਲਬ ਜਿਹ ਚ ਸਾਰੇ ਹਾਈਡਰੋਜਨ ਨੇ। ਹੁਣ ਇਹਦਾ ਰੀਜ਼ਨ ਕੀ ਹੈ ਟਰਸ਼ਰੀ ਕਾਰਬੋਕੇਟਾਇਨ ਕੀ ਹੁੰਦਾ ਜ਼ਿਆਦਾ ਸਟੇਬਲ ਹੁੰਦਾ ਐਜ਼ ਕੰਪੇਅਰ ਟੂ ਸੈਕੰਡਰੀ ਐਜ਼ ਕੰਪੇਅਰ ਟੂ ਪ੍ਰਾਇਮਰੀ, ਬਟ ਇਨ ਕੇਸ ਆਫ SN2 ਰੇਟ ਕੀ ਹੋ ਜਾਂਦਾ ਰਿਵਰਸ ਹੋ ਜਾਂਦਾ। ਮਿਥਾਈਲ ਜਿਹੜਾ ਅਲਕਾਈਲ ਹੈਲਾਈਡ ਹੈ ਉਹ ਕੀ ਹੋਊਗਾ ਰਿਐਕਸ਼ਨ ਫਾਸਟ ਦਊਗਾ, ਦੈਨ ਪ੍ਰਾਇਮਰੀ, ਦੈਨ ਸੈਕੰਡਰੀ, ਦੈਨ ਟਰਸ਼ਰੀ। ਹੁਣ ਇਹਦਾ ਰੀਜ਼ਨ ਕੀ ਹੈ, ਇਹਦਾ ਰੀਜ਼ਨ ਇਹ ਹੈ ਕਿ ਜਿਵੇਂ ਜਿਵੇਂ ਹਾਈਡਰੋਜਨ ਦੀ ਜਗ੍ਹਾ ਬਲਕੀਅਰ ਗਰੁੱਪ ਲੱਗੀ ਜਾਣਗੇ ਟ੍ਰਾਂਜੀਸ਼ਨ ਸਟੇਜ 'ਚ ਸਟੈਰਿਕ ਹਿੰਡਰੈਂਸ ਵੱਧਦੀ ਜਾਊਗੀ, ਸਟੈਰਿਕ ਹਿੰਡਰੈਂਸ ਵੱਧਦੀ ਜਾਊਗੀ ਤਾਂ ਐਕਟੀਵੇਸ਼ਨ એનર્ਜੀ ਵੱਧਦੀ ਜਾਊਗੀ, ਐਕਟੀਵੇਸ਼ਨ એનર્ਜੀ ਵਧੂਗੀ ਤਾਂ ਰੇਟ ਕੀ ਹੋਊਗਾ ਸਲੋ ਡਾਊਨ ਹੋਊਗਾ। ਹੁਣ ਇਹ ਕੀ ਸੀਗਾ ਕੰਪੈਰੀਜ਼ਨ ਸੀਗਾ SN1 ਤੇ SN2 ਰਿਐਕਸ਼ਨ ਦੇ ਵਿੱਚ। ਹੁਣ ਨੈਕਸਟ ਕੀ ਇਹ ਕਰਨਾ ਆਪਾਂ ਨੇ ਕਿ ਸਮਰੀ ਮਤਲਬ ਆਪਾਂ ਨੇ ਕੀ ਪੜ੍ਹਿਆ। ਹੁਣ ਆਪਾਂ ਨੇ ਕੀ ਪੜ੍ਹਿਆ, ਸਭ ਤੋਂ ਪਹਿਲਾਂ ਆਪਾਂ ਕਾਇਰੈਲਿਟੀ ਬਾਰੇ ਪੜ੍ਹਿਆ ਸੀਗਾ ਕਿ ਕਾਇਰਲ ਕੰਪਾਊਂਡਸ ਹੁੰਦੇ ਨੇ, ਠੀਕ ਹੈ, ਜਿਨ੍ਹਾਂ ਕੋਲ ਚਾਰ ਕਾਰਬਨ ਦੇ ਕੋਲ ਚਾਰ ਡਿਫਰੈਂਟ ਗਰੁੱਪਸ ਲੱਗੇ ਹੋਣ ਉਹਨਾਂ ਨੂੰ ਆਪਾਂ ਬੋਲਦੇ ਹਾਂ ਕਾਇਰਲ ਕੰਪਾਊਂਡਸ ਬੋਲਦੇ ਹਾਂ। ਹੁਣ ਠੀਕ ਹੈ ਅਲਕਾਈਲ ਹੈਲਾਈਡ ਦੂਸਰਾ ਆਪਾਂ ਨੇ SN1 SN2 ਜਿਹੜੇ ਅਲਕਾਈਲ ਹੈਲਾਈਡ ਦੋ ਤਰ੍ਹਾਂ ਦੀ ਰਿਐਕਸ਼ਨ ਦਿੰਦੇ SN1 ਤੇ SN2, ਠੀਕ ਹੈ। SN2 ਕੀ ਹੁੰਦੀ ਹੈ ਬਾਈਮੋਲੀਕੂਲਰ, SN2 ਕੀ ਹੁੰਦੀਆਂ ਨੇ ਯੂਨੀਮੋਲੀਕੂਲਰ ਹੁੰਦੀਆਂ ਨੇ, 2 ਸਟੈਪ ਹੁੰਦੀਆਂ ਨੇ, ਠੀਕ ਹੈ। SN1 ਦੇ ਵਿੱਚ ਕੀ ਬਣਦੇ ਨੇ ਸਟੀਰੋ ਆਈਸੋਮਰਸ ਬਣਦੇ ਨੇ, SN2 ਦੇ ਵਿੱਚ ਕੀ ਬਣਦੇ ਨੇ ਇੱਕੋ ਹੀ ਆਈਸੋਮਰ ਬਣਦਾ ਜਿਹਦੀ ਕਨਫੀਗਰੇਸ਼ਨ ਕੀ ਹੁੰਦੀ ਹੈ ਰਿਵਰਸ ਹੁੰਦੀ ਹੈ, ਠੀਕ ਹੈ। ਦੂਸਰਾ SN2 ਰਿਐਕਸ਼ਨ ਦੇ ਵਿੱਚ ਕੀ ਹੈ ਸਟਰੋਂਗ ਨਿਊਕਲੀਓਫਾਈਲ ਕੀ ਹੁੰਦੇ ਨੇ ਉਹ ਰਿਐਕਸ਼ਨ ਕੀ ਹੁੰਦੀ ਹੈ ਫਾਸਟ ਦਿੰਦੇ ਨੇ, ਠੀਕ ਹੈ। ਦੂਸਰਾ ਹੁਣੇ ਆਪਾਂ ਪੜ੍ਹਿਆ ਕਿ ਜਿਹੜੇ SN2 ਰਿਐਕਸ਼ਨ ਹੈ ਪ੍ਰਾਇਮਰੀ ਅਲਕਾਈਲ ਹੈਲਾਈਡ SN2 ਰਿਐਕਸ਼ਨ ਫਾਸਟ ਦਿੰਦੇ ਨੇ, ਬਟ ਟਰਸ਼ਰੀ ਅਲਕਾਈਲ ਹੈਲਾਈਡ SN1 ਰਿਐਕਸ਼ਨ ਕੀ ਦਿੰਦੇ ਨੇ ਫਾਸਟ ਦਿੰਦੇ ਨੇ, ਠੀਕ ਹੈ। ਇਹ ਆਪਾਂ ਨੇ SN1 ਤੇ SN2 ਬਾਰੇ ਪੜ੍ਹਿਆ, ਠੀਕ ਹੈ। ਹੁਣ ਨੈਕਸਟ ਕੀ ਹੈ ਰਾਜੇ ਇਹ ਕੀ ਨੇ ਪ੍ਰੈਕਟਿਸ ਪ੍ਰੋਬਲਮਸ ਨੇ ਰਿਲੇਟਿਡ ਟੂ ਟੂਡੇਜ਼ ਟੌਪਿਕ ਦੈਟ ਇਜ਼ ਕਾਇਰੈਲਿਟੀ ਐਂਡ SN1 SN2 ਮੈਕੈਨਿਜ਼ਮ। ਹੁਣ ਇਹ ਪ੍ਰੈਕਟਿਸ ਪ੍ਰੋਬਲਮ ਤੁਸੀਂ ਖੁਦ ਕਰਨ ਦੀ ਕੋਸ਼ਿਸ਼ ਕਰਨੀ ਹੈ, ਠੀਕ ਹੈ। ਇਹ ਟੋਟਲ ਕਿੰਨੇ ਨੇ ਇਸ ਲਾਈਕ 7 ਕੁਐਸਚਨਸ ਨੇ। ਨੈਕਸਟ ਕੀ ਨੇ 2 ਕੁਐਸਚਨਸ ਹੋਰ ਨੇ, ਠੀਕ ਹੈ। ਇਹ ਸਾਰੇ ਕੁਐਸਚਨ ਤੁਸੀਂ ਆਪ ਕਰਨ ਦੀ ਕੋਸ਼ਿਸ਼ ਕਰਨੀ ਹੈ। ਥੈਂਕ ਯੂ।